ਸਤਿ ਸ਼੍ਰੀ ਅਕਾਲ। ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ ਤੁਹਾਡਾ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਤਾਜ਼ਾ ਤਰੀਨ ਖਬਰਾਂ, ਅਹਿਮ ਨੁਕਤਿਆਂ ਦੇ ਉੱਤੇ ਅਸੀਂ ਕਰਦੇ ਹਾਂ ਚਰਚਾ ਔਰ ਇਸ ਚਰਚਾ ਨੂੰ ਵਿਸਥਾਰ ਦਿੱਤਾ ਜਾਂਦਾ ਹੈ ਤਾਂ ਕਿ ਤੱਥ ਸੱਚ ਤੁਹਾਡੇ ਅੱਗੇ ਰੱਖੇ ਜਾਣ। ਔਰ ਇਸ ਪ੍ਰੋਗਰਾਮ ਦੇ ਵਿੱਚ ਬਕਾਇਦਾ ਮੇਰਾ ਸਾਥ ਦਿੰਦੇ ਨੇ ਮੇਰੇ ਸਹਿਯੋਗੀ ਮਨਦੀਪ ਸਿੰਘ ਟੋਟੋਹਰੀ ਵੈਨਕੂਵਰ ਸਟੂਡੀਓ ਤੋਂ। ਮਨਦੀਪ ਜੀ, ਸਭ ਤੋਂ ਪਹਿਲਾਂ ਤਾਂ ਜੀ ਆਇਆਂ ਕਹਿੰਦੇ ਤੁਹਾਨੂੰ। ਜੀ ਬਹੁਤ ਬਹੁਤ ਧੰਨਵਾਦ ਜੀ। ਮਨਦੀਪ ਜੀ, ਮੈਂ ਸੋਚਿਆ ਕਿ ਅੱਜ ਥੋੜਾ ਜਿਹਾ ਵੱਖਰਾ ਕਰਦੇ ਹਾਂ ਕਿਉਂਕਿ ਅੱਗੇ ਸਵਾਗਤ ਤੁਸੀਂ ਕਰਦੇ ਹੋ ਮੇਰਾ, ਤੇ ਅੱਜ ਜੀ ਮੈਂ ਸਵਾਗਤ ਕਰ ਦਿੰਦਾ ਤੁਹਾਡਾ ਕਿਉਂਕਿ ਮਹਿਮਾਨ ਨਵਾਜ਼ੀ ਜਿਹੜੀ ਆ ਉਹ ਪੰਜਾਬੀਆਂ ਦੇ ਲੂ ਦੇ ਵਿੱਚ ਜਿਹੜੀ ਉਹ ਵਸੀ ਹੋਈ ਆ ਤੇ ਹਰ ਵਾਰ ਤੁਸੀਂ ਸਵਾਗਤ ਕਰਦੇ ਸੀ। ਅੱਜ ਕੁਝ ਵੱਖਰਾ ਕਰਦੇ ਹਾਂ ਤੇ ਤੁਹਾਡਾ ਮੈਂ ਸਵਾਗਤ ਕਰਦਾ। ਤੇ ਸਵਾਗਤ ਕਰਨ ਦਾ ਮਕਸਦ ਵੀ ਜਿਹੜਾ ਇੱਕ ਹੈ, ਜਿਹੜਾ ਸਾਡੇ ਦਰਸ਼ਕ ਜ਼ਰੂਰ ਇਸ ਗੱਲ ਦਾ ਅਹਿਸਾਸ ਕਰਨਗੇ। ਮਕਸਦ ਇਹ ਹੈ ਕਿ ਬਹੁਤ ਸਾਰੇ ਸਾਡੇ ਪੰਜਾਬੀ ਵਿਦਿਆਰਥੀ ਜਿਨ੍ਹਾਂ ਨੇ ਕੈਨੇਡਾ ਦੀ ਧਰਤੀ ਦੇ ਉੱਤੇ ਪੜ੍ਹਾਈ ਕਰਨ ਲਈ ਜਾਣਾ ਸੀਗਾ, ਕਰੋਨਾ ਵਾਇਰਸ ਦਾ ਕਰਕੇ ਜਿੱਥੇ ਲੋਕਡਾਊਨ ਦੇ ਦਰਮਿਆਨ ਉਹ ਇੱਥੇ ਹੀ ਫਸੇ ਰਹਿ ਗਏ, ਨਹੀਂ ਜਾ ਸਕੇ ਕੈਨੇਡਾ, ਉਹਨਾਂ ਲਈ ਇੱਕ ਬਹੁਤ ਵੱਡੀ ਖਬਰ ਜਿਹੜੀ ਆ ਕੈਨੇਡਾ ਦੀ ਧਰਤੀ ਤੋਂ ਨਿਕਲ ਕੇ ਆ ਰਹੀ ਹੈ। ਤੇ ਮਨਦੀਪ ਜੀ, ਮੈਨੂੰ ਲੱਗਦਾ ਕਿ ਸ਼ੁਰੂਆਤ ਸਾਨੂੰ ਉੱਥੋਂ ਹੀ ਕਰਨੀ ਚਾਹੀਦੀ ਹੈ ਤਾਂ ਕਿ ਵਿਦਿਆਰਥੀਆਂ ਜਿਹੜੇ ਸੰਸ਼ੇ ਆ, ਜਿਹੜੇ ਸ਼ੰਕੇ ਆ, ਉਹਨਾਂ ਨੂੰ ਅਸੀਂ ਦੂਰ ਕਰ ਸਕੀਏ ਔਰ ਸਹੀ ਤੇ ਸਟੀਕ ਉਹਨਾਂ ਤੱਕ ਜਾਣਕਾਰੀ ਜਿਹੜੀ ਪਹੁੰਚਾ ਸਕੀਏ। ਹੁਣ ਅੰਤਰਰਾਸ਼ਟਰੀ ਜਿਹੜੇ ਵਿਦਿਆਰਥੀ ਹੈ ਉਹਨਾਂ ਨੂੰ ਲੈ ਕੇ ਕੈਨੇਡਾ ਦੀ ਸਰਕਾਰ ਕੁਝ ਫੈਸਲੇ, ਕੁਝ ਨੁਕਤੇ ਨਿਕਲ ਕੇ ਸਾਹਮਣੇ ਆ ਰਹੇ ਨੇ। ਕਿਹੜੇ ਨੁਕਤੇ ਨੇ ਤੇ ਮੈਨੂੰ ਲੱਗਦਾ ਕਿ ਉਹ ਜਾਣਕਾਰੀ ਸਾਡੇ ਵਿਦਿਆਰਥੀਆਂ ਤੱਕ ਜ਼ਰੂਰ ਪਹੁੰਚਦੀ ਹੋਣੀ ਚਾਹੀਦੀ ਆ। ਕਿਹੜੇ ਫੈਸਲੇ ਆਏ ਨੇ, ਕਿੰਨਾ ਕੁ ਇਹਦਾ ਫਾਇਦਾ ਵਿਦਿਆਰਥੀਆਂ ਨੂੰ ਹੋ ਰਿਹਾ ਤੇ ਕਿੰਨਾ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੀ ਜੀ ਅਸਲ 'ਚ ਜੇ ਅਸੀਂ ਕਹਿ ਲਈਏ ਕਿ ਜਿਹੜੇ ਇੰਟਰਨੈਸ਼ਨਲ ਵਿਦਿਆਰਥੀ ਨੇ, ਜੇ ਉਹ ਕੈਨੇਡਾ ਦੇ ਲਈ ਇੱਕ ਸੋਨੇ ਦੀ ਜਿਹੜੀ ਖਾਣ ਆ ਉਹਦੇ ਵਾਂਗੂ ਨੇ, ਕਿਉਂਕਿ ਇੰਟਰਨੈਸ਼ਨਲ ਵਿਦਿਆਰਥੀ ਜਦੋਂ ਵੀ ਇੱਥੇ ਆਉਂਦੇ ਨੇ, ਕਿਉਂਕਿ ਇੱਕ ਤਾਂ ਕੈਨੇਡਾ ਕੋਲ ਵੈਸੇ ਵੀ ਆਬਾਦੀ ਦੀ ਘਾਟ ਆ। ਕੈਨੇਡਾ ਨੂੰ ਕਈ ਵਾਰ ਮਜ਼ਾਕ 'ਚ ਲੋਕ ਬੁੱਢਿਆਂ ਦਾ ਮੁਲਕ ਕਹਿ ਦਿੰਦੇ ਆ ਕਿਉਂਕਿ ਇੱਥੇ ਜਿਹੜੀ ਯੂਥ ਫੋਰਸ ਆ ਉਹਦੀ ਬਹੁਤ ਕਮੀ ਆ ਤੇ ਉਹਦੇ ਕਰਕੇ ਕੈਨੇਡਾ 'ਚ ਇਮੀਗ੍ਰੇਸ਼ਨ ਚੱਲਦੀ ਰਹਿੰਦੀ ਆ। ਜਿਹੜੇ ਇੰਟਰਨੈਸ਼ਨਲ ਸਟੂਡੈਂਟ ਆਉਂਦੇ ਨੇ ਉਹਦੇ ਵਿੱਚ ਇਹ ਹੁੰਦਾ ਕਿ ਇੱਕ ਤਾਂ ਉਹਨਾਂ ਦੀ ਉਮਰ ਜਿਹੜੀ ਹੁੰਦੀ ਆ ਉਹ 20 ਸਾਲ ਦੀ ਹੁੰਦੀ ਆ। ਜਦੋਂ ਉਹ ਆਉਂਦੇ ਨੇ, ਹਾਲੇ ਉਹ ਘੱਟੋ ਘੱਟ 40 ਸਾਲ ਕੰਮ ਕਰਕੇ ਟੈਕਸ ਭਰਨਗੇ ਤਾਂ ਇੱਕ ਲੇਬਰ ਵੀ ਮਿਲ ਜਾਂਦੀ ਆ। ਫਿਰ ਦੂਜਾ, ਉਹ ਇੱਥੇ ਪੜ੍ਹਦੇ ਨੇ, ਪੜ੍ਹੇ ਲਿਖੇ ਵੀ ਨੇ, ਇੱਥੇ ਦੇ ਸਿਸਟਮ ਵਿੱਚ ਸੌਖਿਆ, ਉਹ ਫਿੱਟ ਵੀ ਹੋ ਜਾਂਦੇ ਨੇ। ਤੇ ਸਭ ਤੋਂ ਅਹਿਮ ਗੱਲ ਹੈ ਕਿ ਉਹ ਜਦੋਂ ਆਉਂਦੇ ਨੇ ਖਾਲੀ ਹੱਥ ਨਹੀਂ ਆਉਂਦੇ, ਨਾਲ ਬਹੁਤ ਸਾਰੇ ਪੈਸੇ ਲੈ ਕੇ ਆਉਂਦੇ ਨੇ, ਜਿਹਦਾ ਇਸ ਵਕਤ ਕੈਨੇਡਾ ਦੀ ਅਰਥ ਵਿਵਸਥਾ ਵਿੱਚ ਬਹੁਤ ਵੱਡਾ ਯੋਗਦਾਨ ਪੈ ਰਿਹਾ ਕਿ ਜਿਹੜੀ ਇੰਨੀ ਸਟਰੋਂਗ ਅਰਥ ਵਿਵਸਥਾ ਬਣੀ ਹੋਈ ਆ। ਇਸੇ ਕਰਕੇ ਸਟੂਡੈਂਟਸ ਲਈ ਵੱਖੋ ਵੱਖਰੇ ਐਲਾਨ ਜਿਹੜੇ ਆ ਕੈਨੇਡਾ ਸਰਕਾਰ ਕਰਦੀ ਰਹਿੰਦੀ ਹੈ। ਔਰ ਜਦੋਂ ਇਹ ਕਰੋਨਾ ਵਾਇਰਸ ਦੀ ਮਹਾਮਾਰੀ ਸ਼ੁਰੂ ਹੋਈ ਸੀ ਤਾਂ ਬਹੁਤ ਯਾਤਰਾ ਤੇ ਬਹੁਤ ਸਾਰੀਆਂ ਪਾਬੰਦੀਆਂ ਲੱਗ ਗਈਆਂ ਸਨ, ਜਿਹੜੀਆਂ ਹਾਲੇ ਵੀ ਬਰਕਰਾਰ ਨੇ। ਪਰ ਕੈਨੇਡਾ ਨੇ ਇਹ ਕਿਹਾ ਸੀ ਕਿ ਜਿਹੜੇ 18 ਮਾਰਚ ਤੋਂ ਪਹਿਲਾਂ ਸਟੱਡੀ ਪਰਮਿਟ ਜਾਰੀ ਹੋਏ ਆ, ਉਹ ਸਟੂਡੈਂਟ ਜਿਹੜੇ ਆ ਕੈਨੇਡਾ 'ਚ ਆ ਸਕਦੇ ਆ। ਬਾਕੀਆਂ ਦੀ ਹਾਲੇ ਪੜ੍ਹਾਈ ਜਿਹੜੀ ਆ ਉਹ ਆਨਲਾਈਨ ਚੱਲੇਗੀ। ਪਰ ਜਿਹੜੇ 18 ਮਾਰਚ ਤੋਂ ਪਹਿਲਾਂ ਦੇ ਸਟੱਡੀ ਪਰਮਿਟ ਜਾਰੀ ਹੋਏ ਆ, ਉਹਦੇ ਵਿੱਚ ਵੀ ਇੱਕ ਸ਼ਰਤ ਰੱਖੀ ਸੀ ਕਿ ਜਿਨ੍ਹਾਂ ਦਾ ਬਹੁਤ ਜ਼ਰੂਰੀ ਆ ਆਉਣਾ, ਜਾਂ ਤਾਂ ਉਹਨਾਂ ਦੀ 50% ਦੀ ਪਹਿਲਾਂ ਹੀ ਪੜ੍ਹਾਈ ਪੂਰੀ ਹੋ ਚੁੱਕੀ ਹੋਵੇ ਤੇ ਬਾਕੀ ਦੀ ਪੜ੍ਹਾਈ ਇੱਥੇ ਪੂਰੀ ਕਰਨੀ ਹੋਵੇ। ਤੇ ਉਸ ਤੋਂ ਬਾਅਦ ਫਿਰ ਜਿਹੜੇ ਇਮੀਗ੍ਰੇਸ਼ਨ ਅਧਿਕਾਰੀ ਹੁੰਦੇ ਆ, ਜਦੋਂ ਤੁਸੀਂ ਏਅਰਪੋਰਟ ਤੇ ਉਤਰਦੇ ਆ, ਉਹਨਾਂ ਨੂੰ ਜਿਹੜਾ ਵਾ ਇੱਕ ਤਰ੍ਹਾਂ ਦਾ ਵਿਸ਼ਵਾਸ ਦਿਵਾਉਣਾ ਪੈਂਦਾ ਹੈ ਕਿ ਸਾਡਾ ਆਏ ਬਿਨਾਂ ਸਰਦਾ ਨਹੀਂ ਸੀ ਤੇ ਸਾਡਾ ਕਾਲਜ ਦੀਆਂ ਜਿਹੜੀਆਂ ਕੁਝ ਸਹੂਲਤਾਂ ਹੁੰਦੀਆਂ, ਜਾਂ ਲਾਇਬ੍ਰੇਰੀ ਆ ਜਾਂ ਲੈਬਸ ਆ, ਉਹਨਾਂ ਦੀ ਵਰਤੋਂ ਕਰਨੀ ਜ਼ਰੂਰੀ ਸੀ। ਇਸ ਕਰਕੇ ਅਸੀਂ ਆ ਰਹੇ ਹਾਂ, ਤਾਂ ਫਿਰ ਉਹਨਾਂ ਨੂੰ ਕੈਨੇਡਾ 'ਚ ਐਂਟਰੀ ਮਿਲੇਗੀ। ਇਹਦੇ ਨਾਲ ਹੀ ਕੈਨੇਡਾ ਨੇ ਇਹ ਵੀ ਐਲਾਨ ਕਰਤਾ ਸੀ ਕਿ ਬੇਸ਼ੱਕ ਤੁਸੀਂ ਆਪਣੇ ਮੁਲਕ ਜਿਹੜਾ ਉੱਥੇ ਬਹਿ ਕੇ, ਚਾਹੇ ਪੰਜਾਬ 'ਚ ਬਹਿ ਕੇ ਜਾਂ ਦੁਨੀਆ 'ਚ ਹੋਰ ਕਿਤੋਂ ਵੀ ਕੋਈ ਇੰਟਰਨੈਸ਼ਨਲ ਸਟੂਡੈਂਟ ਆ ਜਿਹਨੇ ਯੂਨੀਵਰਸਿਟੀਆਂ 'ਚ ਐਡਮਿਸ਼ਨ ਲਈ ਆ, ਉਹਨਾਂ ਨੇ ਫੀਸ ਭਰ ਦਿੱਤੀ ਆ ਤੇ ਉਧਰੋਂ ਪਾਬੰਦੀਆਂ ਲੱਗ ਗਈਆਂ, ਬੇਸ਼ੱਕ ਉਹ ਉੱਥੇ ਬੈਠੇ ਪੜ੍ਹਾਈ ਕਰੀ ਜਾ ਰਹੇ ਨੇ। ਉਹਨਾਂ ਨੂੰ ਜਿਹੜਾ ਸਭ ਤੋਂ ਅਹਿਮ ਇੱਕ ਮਕਸਦ ਹੁੰਦਾ ਆ ਵਿਦਿਆਰਥੀਆਂ ਦਾ, ਵਰਕ ਪਰਮਿਟ ਲੈਣਾ, ਜੋ ਕਿ ਸਟੱਡੀ ਤੋਂ ਬਾਅਦ ਮਿਲਦਾ। ਉਹ ਕਹਿੰਦੇ ਸੀ ਵੀ ਤੁਸੀਂ ਚਾਹੇ ਉੱਥੇ ਬਹਿ ਕੇ ਆਪਦੀ 50% ਦੀ ਪੜ੍ਹਾਈ ਪੂਰੀ ਕਰ ਲਓ, ਅਸੀਂ ਉਹ ਵਰਕ ਪਰਮਿਟ ਉੱਤੇ ਕੋਈ ਅਸਰ ਨਹੀਂ ਪਊਗਾ। ਉਹ ਇਸ ਲਈ ਕੀਤਾ ਗਿਆ ਸੀ ਤਾਂ ਕਿ ਯੂਨੀਵਰਸਿਟੀਆਂ ਦਾ ਬਹੁਤ ਵੱਡਾ ਇੱਕ ਜਿਹੜਾ ਆਮਦਨ ਦਾ ਸੋਰਸ ਹੈ ਜਾਂ ਸਰੋਤ ਕਹਿ ਲਓ, ਉਹ ਇੰਟਰਨੈਸ਼ਨਲ ਵਿਦਿਆਰਥੀ ਨੇ, ਬਹੁਤ ਸਾਰੀ ਫੀਸ ਉਹ ਇੱਥੇ ਭਰਦੇ ਨੇ। ਇਸ ਕਰਕੇ ਯੂਨੀਵਰਸਿਟੀਆਂ ਬਹੁਤ ਸਾਰੇ ਕਾਲਜਾਂ ਨੂੰ ਇਹ ਕਹਿ ਸਕਦੇ ਆ ਕਿ ਜੀਵਨਦਾਨ ਮਿਲਿਆ ਕੈਨੇਡਾ 'ਚ, ਜਿਹੜੇ ਬੰਦ ਹੋਣ ਦੇ ਕਿਨਾਰੇ ਸੀ। ਇੰਟਰਨੈਸ਼ਨਲ ਵਿਦਿਆਰਥੀਆਂ ਨੇ ਆ ਕੇ ਬਹੁਤ ਸਾਰੇ ਰੋਜ਼ਗਾਰ ਬਚਾਏ ਆ, ਬਹੁਤ ਸਾਰੇ ਕਾਲਜ ਬਚਾਏ ਆ। ਹੁਣ ਜਿਹੜਾ ਤਾਜ਼ਾ ਐਲਾਨ ਹੈ ਉਹ 'ਚ ਇਹ ਕੀਤਾ ਗਿਆ ਕਿ 30 ਅਪ੍ਰੈਲ 2021 ਤੱਕ ਜਿਹੜੀ ਆ ਇਹ ਆਨਲਾਈਨ ਪੜ੍ਹਾਈ ਵਾਲਾ ਪ੍ਰੋਗਰਾਮ ਵਧਾ ਦਿੱਤਾ ਗਿਆ ਕਿ 30 ਅਪ੍ਰੈਲ ਜਿਹੜੇ ਹੁਣ ਸਟੱਡੀ ਪਰਮਿਟ ਜਾਰੀ ਵੀ ਹੋਣੇ ਨੇ, ਜਾਂ 18 ਮਾਰਚ ਤੋਂ ਬਾਅਦ ਜਿਹੜੇ ਜਾਰੀ ਹੋਏ ਨੇ, ਉਹ ਜਿਹੜੇ 30 ਅਪ੍ਰੈਲ 2021 ਤੱਕ ਹਾਲੇ ਉਹਨਾਂ ਨੂੰ ਆਨਲਾਈਨ ਪੜ੍ਹਾਈ ਕਰਵਾਈ ਜਾਵੇਗੀ। ਤੇ ਇਹਦੇ ਨਾਲ ਇੱਕ ਹੌਸਲਾ, ਇੱਕ ਵਿਸ਼ਵਾਸ ਇਹ ਵੀ ਸਰਕਾਰ ਨੇ ਦਵਾਇਆ
ਕਿ ਉਹਨਾਂ ਦਾ ਜਿਹੜਾ ਵਰਕ ਪਰਮਿਟ ਆ, ਜਿਹੜਾ ਉਹਨਾਂ ਨੂੰ ਜਿਹੜਾ 2 ਸਾਲ ਦੇ ਕੋਰਸ ਤੋਂ ਬਾਅਦ 3 ਸਾਲ ਦਾ ਵਰਕ ਪਰਮਿਟ ਮਿਲਦਾ ਵਾ, ਉਹਦੇ ਉੱਤੇ ਕੋਈ ਅਸਰ ਨਹੀਂ ਪਊਗਾ, ਉਹ ਉਹਨਾਂ ਨੂੰ ਦਿੱਤਾ ਜਾਊਗਾ। ਤੇ ਇਹਦੇ ਨਾਲ ਇੱਕ ਹੋਰ ਹੈ, ਕਿਉਂਕਿ ਕੁਝ ਕੋਰਸ ਜਿਹੜੇ ਹੁੰਦੇ ਆ ਇਹੋ ਜਿਹੇ ਹੁੰਦੇ ਜਿਹੜੇ ਸਿਰਫ 8 ਮਹੀਨਿਆਂ ਜਾਂ 12 ਮਹੀਨਿਆਂ ਦੇ ਹੁੰਦੇ ਆ, ਕਿਉਂਕਿ ਉਹ ਜੇ ਹੁਣ ਸ਼ੁਰੂ ਹੋਏ ਨੇ ਜਾਂ ਸਤੰਬਰ ਚ ਕਹਿ ਲਓ ਸ਼ੁਰੂ ਹੋਏ ਨੇ ਜਾਂ ਮਈ ਜੂਨ ਚ ਸ਼ੁਰੂ ਹੋਏ ਨੇ, ਤਾਂ ਉਹ ਉਦੋਂ ਤੱਕ ਖਤਮ ਹੋ ਜਾਣਗੇ। ਤਾਂ ਕੈਨੇਡਾ ਸਰਕਾਰ ਨੇ ਇਹ ਵੀ ਕਿਹਾ ਕਿ ਬੇਸ਼ੱਕ ਉਹਨਾਂ ਦਾ ਸਾਰਾ ਕੋਰਸ ਉੱਥੇ ਬੈਠਿਆਂ ਦਾ ਖਤਮ ਹੋ ਜਾਵੇ, ਪਰ ਉਹਨਾਂ ਨੂੰ ਜਿਹੜਾ ਵਾ ਪੋਸਟ ਜਿਹੜਾ ਗ੍ਰੈਜੂਏਟ ਵਰਕ ਪਰਮਿਟ ਹੈ ਜਿਹੜਾ 1 ਸਾਲ ਦਾ ਹੁੰਦਾ, ਉਹ ਅਸੀਂ ਇੱਥੇ ਆਏ ਨੂੰ ਉਹਨੂੰ ਦੇ ਦੇਵਾਂਗੇ। ਸੋ ਇਹ ਜਿਹੜੀ ਇੱਕ ਐਲਾਨ ਨਾਲ ਇਹ ਸਾਫ਼ ਹੁੰਦਾ ਕਿ ਫਿਲਹਾਲ ਜਿਹੜੀ ਵਿਦਿਆਰਥੀਆਂ ਉੱਤੇ ਯਾਤਰਾ ਪਾਬੰਦੀਆਂ ਲੱਗੀਆਂ ਹੋਈਆਂ ਕੈਨੇਡਾ ਸਰਕਾਰ ਦੀਆਂ, ਉਹ ਹਲੇ ਬੰਦ ਨਹੀਂ ਹੋਣਗੀਆਂ, ਹਲੇ ਉਹਨਾਂ 'ਚ ਹੋਰ ਵਾਧਾ ਕਰ ਦਿੱਤਾ ਗਿਆ। ਸੋ ਲੱਗਦਾ ਕਿ ਜਿਹੜੇ ਵਿਦਿਆਰਥੀ ਜਿਨ੍ਹਾਂ ਨੇ ਵੱਖ-ਵੱਖ ਕਾਲਜ ਜਾਂ ਯੂਨੀਵਰਸਿਟੀ 'ਚ ਐਡਮਿਸ਼ਨ ਲਈ ਆ, ਜੋ ਆਨਲਾਈਨ ਕਲਾਸਾਂ ਲਾ ਰਹੇ ਨੇ, ਉਹ ਹਲੇ ਜਿਹੜਾ ਵਾ ਪੰਜਾਬ ਜਾਂ ਕਿਤੇ ਵੀ ਉਹ ਬੈਠੇ ਨੇ, ਉੱਥੇ ਬਹਿ ਕੇ ਹਲੇ ਪੜ੍ਹਾਈਆਂ ਕਰਨਗੇ। ਹਲੇ ਕੈਨੇਡਾ ਆਉਣ ਦਾ ਬਹੁਤਾ ਹਲੇ ਉਹਨਾਂ ਦਾ ਚਾਂਸ ਨਹੀਂ ਲੱਗਦਾ, ਜੋ ਅੱਜ ਐਲਾਨ ਹੋਇਆ ਸਰਕਾਰ ਦਾ। ਤੇ ਸੋ ਇਹ ਜਿਹੜੀ ਅੱਜ ਅਪਡੇਟ ਸੀ ਵੱਡੀ ਕੈਨੇਡਾ ਸਰਕਾਰ ਦੀ ਆਈ ਆ। ਸੋ ਹੁਣ ਮੈਂ ਚਾਹੁੰਦਾ ਕਿ ਸ਼ੁਰੂਆਤ ਇੱਥੇ ਗੱਲ ਆਪਾਂ ਕਰ ਦਿੰਦੇ ਹਾਂ, ਮਾੜੀ ਜੀ ਥੋੜਾ ਜਿਹਾ ਹੋਰ ਦੱਸ ਦਈਏ, ਕਿਉਂਕਿ ਜਿੰਨਾ ਕੁ ਤੁਸੀਂ ਖਬਰ ਨੂੰ ਵਿਸਥਾਰ ਦੇ ਨਾਲ ਦੱਸਿਆ, ਉਹਦੇ ਨਾਲ ਅਖੀਰ ਦੇ ਵਿੱਚ ਜਿੱਦਾਂ ਗੱਲ ਕਹੀ ਹੈ ਕਿ ਅਜੇ ਉਹ ਕੈਨੇਡਾ ਨਹੀਂ ਆ ਸਕਦੇ ਵਿਦਿਆਰਥੀ, ਪਰ ਨਾਲ ਦੀ ਨਾਲ ਇੱਕ ਮੈਨੂੰ ਲੱਗਦਾ ਕਿ ਉਹਨਾਂ ਲਈ ਸਕਾਰਾਤਮਕ ਗੱਲ ਵੀ ਇਹਦੇ ਵਿੱਚ ਹੈਗੀ ਹੈ ਕਿ ਬੇਸ਼ੱਕ ਲੋਕਡਾਊਨ ਦਾ ਕਰਕੇ ਉਹਨਾਂ ਨੂੰ ਘਰਾਂ ਦੇ ਵਿੱਚ ਬੈਠ ਜਿਹੜੀ ਆ ਉਹ ਕਰਨੀ ਪੈਗੀ, ਆਨਲਾਈਨ ਕਲਾਸਾਂ ਲਾਉਣੀਆਂ ਪੈਣਗੀਆਂ, ਪਰ ਸਰਕਾਰ ਨੇ ਜਿਹੜਾ ਇਹ ਕਹਿਤਾ ਕਿ ਉਸ ਤੋਂ ਬਾਅਦ ਜਿੱਦਾਂ ਪਹਿਲਾਂ ਵਰਕ ਪਰਮਿਟ ਮਿਲਦਾ ਸੀਗਾ, ਉਸੇ ਤਰੀਕੇ ਨਾਲ ਉਹਨਾਂ ਦੇ ਉਸ ਵਰਕ ਪਰਮਿਟ ਦੇ ਸਿਲਸਿਲੇ ਦੇ ਉੱਤੇ ਕਿਸੇ ਕਿਸਮ ਦਾ ਕੋਈ ਅਸਰ ਨਹੀਂ ਪਏਗਾ। ਸੋ ਇਹ ਵਿਦਿਆਰਥੀ ਮੰਨ ਕੇ ਨਾ ਬੈਠਣ, ਇਹਦਾ ਮਤਲਬ ਇਹ ਨਿਕਲਦਾ ਆ ਕਿ ਲੋਕਡਾਊਨ ਨੇ ਬਿਲਕੁਲ ਹੀ ਉਹਨਾਂ ਦੀ ਜ਼ਿੰਦਗੀ ਦੀ ਜਗ੍ਹਾ ਤੇ ਰੋਕ ਕੇ ਰੱਖ ਦਿੱਤਾ ਆ। ਸਰਕਾਰ ਨੇ ਉਹਨਾਂ ਲਈ ਅੱਗੇ ਰਾਹ ਖੋਲ੍ਹੇ ਨੇ, ਬੰਦ ਨਹੀਂ ਕੀਤੇ ਸਾਰੇ ਰਾਹ, ਬਸ ਇਹਨਾਂ ਕੁ ਹੈ ਕਿ ਉਹਨਾਂ ਨੂੰ ਘਰ ਦੇ ਵਿੱਚ ਆਨਲਾਈਨ ਪੜ੍ਹਾਈ ਥੋੜੀ ਜਿਹੀ ਜ਼ਿਆਦਾ ਜ਼ਰੂਰ ਕਰਨੀ ਪਏਗੀ। ਜੀ ਬਿਲਕੁਲ, ਗੱਲ ਅਸਲ 'ਚ ਇਹ ਹੋਈ ਸੀ ਕਿਉਂਕਿ ਇੱਥੇ ਬਹੁਤ ਸਾਰੀਆਂ ਘੱਟੋ ਘੱਟ ਜੇ ਤੁਹਾਨੂੰ ਦੱਸਾਂ ਮੈਂ ਕੁਝ ਕਿ ਬੀਤੇ ਦਿਨ ਤੱਕ ਦੀ ਖਬਰ ਇੱਕ ਪੜ੍ਹੀ ਸੀ, ਜਿਹਦੇ ਵਿੱਚ 44 ਫਲਾਈਟਾਂ ਇਕੱਲੇ ਵੈਨਕੂਵਰ ਦੇ 에ਅਰਪੋਰਟ ਤੇ ਇਦਾਂ ਦੀਆਂ ਆਈਆਂ ਜਿਸ 'ਚ ਕਰੋਨਾ ਦੇ ਕੇਸ ਸਾਹਮਣੇ ਆਏ ਸੀ। ਤੇ ਇਸ ਕਰਕੇ ਜਿਹੜੀਆਂ ਵਾ, ਕਿਉਂਕਿ ਜਿਹੜੇ ਆਪਣੇ ਸਿਟੀਜ਼ਨ ਸੀਗੇ ਉਹ ਤਾਂ ਉਹਨਾਂ ਨੂੰ ਤਾਂ ਰੋਕਿਆ ਨਹੀਂ ਜਾ ਸਕਦਾ, ਉਹ ਤਾਂ ਸਰਕਾਰਾਂ ਦੀ ਪਹਿਲ ਹੁੰਦੀ ਹੈ ਕਿ ਆਪਣੇ ਨਾਗਰਿਕ ਬਚਾਉਣੇ ਆ। ਫਿਰ ਉਸ ਤੋਂ ਬਾਅਦ ਜਿਹੜੇ ਪੱਕੇ ਸੀ PR, ਉਹਨਾਂ ਲਈ ਵੀ ਯਾਤਰਾ ਖੋਲ੍ਹ ਦਿੱਤੀ ਗਈ। ਤੇ ਕੁਝ ਕੁ ਵਿਜ਼ਟਰ ਜਿਹੜੇ ਨੇ, ਜਿਹੜੇ ਕਿ ਬਹੁਤ ਜ਼ਿਆਦਾ ਕਲੋਜ਼ ਨੇ ਜਾਂ ਜਿਹੜੇ ਡਿਪੈਂਡ ਕਰਦੇ ਨੇ ਬਹੁਤ ਜ਼ਿਆਦਾ ਨੇ, ਉਹਨਾਂ ਨੂੰ ਕੁਝ ਕੁ ਨੂੰ ਜਿਹੜੀ ਆ ਉਹ ਰਾਹਤ ਦਿੱਤੀ ਜਾ ਰਹੀ ਹੈ ਆਉਣ ਦੀ। ਬਾਕੀ ਇਸੇ ਕਰਕੇ ਹਲੇ ਰੋਕਿਆ ਗਿਆ ਕਿ ਕਰੋਨਾ ਵਾਇਰਸ ਕਰਕੇ ਕਿਤੇ ਕਰੋਨਾ ਵਾਇਰਸ ਦੇ ਕੇਸ ਵੱਧ ਨਾ ਜਾਣ। ਬਾਕੀ ਇੱਕ ਪ੍ਰਭਾਵ ਜ਼ਰੂਰ ਪੈਂਦਾ ਹੁੰਦਾ, ਕਿਉਂਕਿ ਅਕਸਰ ਬਹੁਤ ਸਾਰੇ ਸਟੂਡੈਂਟ ਇਦਾਂ ਦੇ ਹੁੰਦੇ ਆ ਜੇ ਔਖੇ ਸੌਖੇ ਹੋ ਕੇ ਪਹਿਲੀ ਫੀਸ ਭਰ ਦਿੰਦੇ ਆ, ਤੇ ਉਹਨਾਂ ਦਾ ਇਰਾਦਾ ਇਹ ਹੁੰਦਾ ਜਿਹੜੀਆਂ ਅਗਲੀਆਂ ਫੀਸਾਂ ਉਹ ਅਸੀਂ ਕੰਮ ਕਰਕੇ ਕੈਨੇਡਾ 'ਚ ਕਮਾਈ ਕਰਕੇ ਉੱਥੋਂ ਭਰ ਲਾਂਗੇ, ਤੇ ਵਾਧੂ ਜਿਹੜਾ ਬੋਝ ਆ ਉਹ ਸਾਡੇ ਪਰਿਵਾਰ ਤੇ ਨਹੀਂ ਪਊਗਾ। ਪਰ ਇਸ ਵਕਤ ਹੋਊਗਾ ਇਹ ਕਿ ਹੁਣ ਉਹ ਆਪਣੇ ਘਰਾਂ 'ਚ ਬੈਠੇ ਨੇ, ਪਿੰਡਾਂ 'ਚ ਬੈਠੇ ਨੇ, ਸੋ ਉਹ ਜਿਹੜਾ ਬੋਝ ਹੈ ਇੱਕ ਜ਼ਰੂਰ ਉਹਨਾਂ ਦੇ ਮਾਪਿਆਂ ਤੇ ਪਊਗਾ। ਜਿਹੜੀਆਂ ਬਾਕੀ ਦੀਆਂ ਫੀਸਾਂ ਉਹ ਉਹਨਾਂ ਨੂੰ ਉੱਥੋਂ ਹੀ ਭਰਨੀਆਂ ਪੈਣਗੀਆਂ। ਬਾਕੀ ਜਿਹੜਾ ਵਰਕ ਪਰਮਿਟ ਵਾਸਤੇ ਸਰਕਾਰ ਨੇ ਭਰੋਸਾ ਦਵਾਇਆ, ਕਿਉਂਕਿ ਸਰਕਾਰ ਨੂੰ ਪਤਾ ਸੀ ਕਿ ਜੇਕਰ ਵਰਕ ਪਰਮਿਟ ਦਾ ਖਤਰਾ ਪੈਦਾ ਹੋਇਆ ਜਾਂ ਉਹਨਾਂ ਕਿਸੇ ਨੂੰ ਸ਼ੱਕ ਪੈ ਗਿਆ ਕਿ ਇਹ ਵਰਕ ਪਰਮਿਟ ਮੁੜ ਕੇ ਨਹੀਂ ਮਿਲਣਗੇ, ਤਾਂ ਯੂਨੀਵਰਸਿਟੀਆਂ ਦਾ ਵੱਡਾ ਨੁਕਸਾਨ ਹੋਵੇਗਾ। ਏਦਾਂ ਵੀ ਹੋ ਸਕਦਾ ਸੀ ਬਹੁਤ ਸਾਰੇ ਸਟੂਡੈਂਟ ਐਡਮਿਸ਼ਨ ਹੀ ਨਾ ਲੈਂਦੇ। ਜੀ ਬਿਲਕੁਲ, ਤੇ ਮੇਰਾ ਖਿਆਲ ਹੈ ਕਿ ਇਹ ਦੋਨੋਂ ਤਰੀਕੇ ਨਾਲ ਇਸ ਖਬਰ ਨੂੰ ਲਿਆ ਜਾ ਸਕਦਾ ਹੈ। ਜਿੱਥੇ ਇੱਕ ਪਾਸੇ ਫੀਸਾਂ ਨੂੰ ਲੈ ਕੇ ਬਹੁਤ ਸਾਰੇ ਵਿਦਿਆਰਥੀਆਂ ਲਈ ਦਿੱਕਤਾਂ ਹੋਣਗੀਆਂ ਜਾਂ ਉਸ ਧਰਤੀ ਦੇ ਉੱਤੇ ਜਾ ਕੇ ਪੜ੍ਹਾਈ ਨਾ ਕਰਨ ਨੂੰ ਲੈ ਕੇ ਦਿੱਕਤਾਂ ਨੇ, ਉੱਥੇ ਨਾਲ ਦੀ ਨਾਲ ਅਜੇ ਵੀ ਮੈਂ ਤਾਂ ਇਹੀ ਸੋਚਦਾ ਕਿ ਜੇ ਵਰਕ ਪਰਮਿਟ ਨੂੰ ਲੈ ਕੇ ਸਰਕਾਰ ਕਹਿੰਦੀ ਹੈ ਕਿ ਭਵਿੱਖ ਦੇ ਵਿੱਚ ਤੁਹਾਨੂੰ ਜਿੱਦਾਂ ਹੀ ਸੁਖਾਵਾਂ ਹੁੰਦਾ ਮਾਹੌਲ ਤੇ ਵਾਪਸ ਫੇਰ ਬੁਲਾਇਆ ਜਾਏਗਾ, ਫਿਰ ਤੁਹਾਨੂੰ ਮੌਕੇ ਪ੍ਰਦਾਨ ਕੀਤੇ ਜਾਣਗੇ, ਚੰਗੀ ਗੱਲ ਹੈ। ਕਿਉਂਕਿ ਲੋਕਡਾਊਨ ਹਰ ਮੁਲਕ ਨੇ ਕੀਤਾ ਹੋਇਆ, ਕਰੋਨਾ ਵਾਇਰਸ ਬਹੁਤੇ ਵਿਸ਼ਵ ਦੇ ਮੁਲਕਾਂ ਦੇ ਵਿੱਚ ਆਪਣੇ ਪ੍ਰਭਾਵ ਨੂੰ ਬਣਾ ਕੇ ਬੈਠਾ ਹੋਇਆ। ਸੋ ਇਦਾਂ ਦੀਆਂ ਪ੍ਰਸਥਿਤੀਆਂ ਦੇ ਵਿੱਚ ਮੈਨੂੰ ਲੱਗਦਾ ਕਿ ਹਰ ਕਿਸੇ ਨਾਲ ਸਰਕਾਰਾਂ ਨੂੰ ਲੋਕਾਂ ਦਾ ਸਹਿਯੋਗ ਕਰਨ ਦੀ ਲੋੜ ਹੈ, ਤੇ ਲੋਕਾਂ ਨੂੰ ਸਰਕਾਰਾਂ ਦਾ ਸਹਿਯੋਗ ਕਰਨ ਦੀ ਵੀ ਜ਼ਰੂਰਤ ਹੈ। ਜੀ ਬਿਲਕੁਲ, ਜਿਵੇਂ ਤੁਸੀਂ ਕਿ ਲੋਕਡਾਊਨ ਤਾਂ ਲੱਗਾ ਹੋਇਆ, ਬਹੁਤ ਸਾਰੇ ਕੰਮਕਾਰ ਜਿਹੜੇ ਬੰਦ ਪਏ ਆ, ਪਰ ਮੈਂ ਹੁਣ ਪੰਜਾਬ ਦੀ ਸਿਆਸਤ ਵੱਲ ਮੁੜਨਾ ਚਾਹੁੰਦਾ ਕਿ ਘੁਟਾਲਿਆਂ ਉੱਤੇ ਲੋਕਡਾਊਨ ਦਾ ਕੋਈ ਅਸਰ ਨਹੀਂ ਹੁੰਦਾ। ਸੁਣਿਆ ਹੁਣ ਪੰਜਾਬ ਦੇ ਇੱਕ ਕੈਬਨਿਟ ਮੰਤਰੀ ਆ, ਉਹਨਾਂ ਦੇ ਇੱਕ ਹੋਰ ਘੁਟਾਲੇ ਦੇ ਚੱਕਰ 'ਚੋਂ ਫਸਦੇ ਨਜ਼ਰ ਆ ਰਹੇ ਨੇ। ਇਹ ਸਾਰੀ ਖਬਰ ਜ਼ਰੂਰ ਮੈਂ ਚਾਹੁੰਦਾ ਕਿ ਸਾਡੇ ਦਰਸ਼ਕਾਂ ਨਾਲ ਵਿਸਥਾਰ ਨਾਲ ਸਾਂਝੀ ਕੀਤੀ ਜਾਵੇ। ਬਿਲਕੁਲ, ਤੁਸੀਂ ਕਿਹਾ ਘੁਟਾਲਿਆਂ ਤੇ ਕੋਈ ਲੋਕਡਾਊਨ ਨਹੀਂ ਆ, ਲੋਕਡਾਊਨ ਦੇ ਵਿੱਚ ਤਾਂ ਘੁਟਾਲੇ ਸਗਾ ਤੇ ਵੱਧ ਉੱਭਰ ਕੇ ਸਾਹਮਣੇ ਆ ਰਹੇ ਆ। ਜਿੱਦਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਇੱਕ ਵਾਰੀ ਕਿਹਾ ਸੀਗਾ
ਕਿ ਆਪਦਾ ਨੂੰ ਅਫਸਰ ਬਣਾਉਣ ਦੀ ਲੋੜ ਹੈ। ਤੇ ਮੈਨੂੰ ਲੱਗਦਾ ਜੀ ਕਿ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਇਸ ਆਪਦਾ ਨੂੰ ਘੁਟਾਲਿਆਂ ਦੇ ਰਾਹੀਂ ਅਫਸਰ ਬਣਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਆ। ਹੁਣ ਦਰਅਸਲ ਜੀ ਜਿਹੜਾ ਘੁਟਾਲਾ ਪੰਜਾਬ ਦੇ ਵਿੱਚ ਨਿਕਲ ਕੇ ਸਾਹਮਣੇ ਆਇਆ, ਵੈਸੇ ਤਾਂ ਇਸ ਤੋਂ ਪਹਿਲਾਂ ਬੀਜ ਘੁਟਾਲੇ ਦੀ ਗੱਲ ਹੋਈ ਸੀਗੀ, ਜਿਪਸਮ ਖਾਦ ਘੁਟਾਲੇ ਦੀ ਗੱਲ ਹੋਈ ਸੀਗੀ, ਸ਼ਰਾਬ ਘੁਟਾਲੇ ਦੀ ਗੱਲ ਹੋਈ ਸੀ। ਘੁਟਾਲੇ ਤਾਂ ਬਹੁਤ ਸਾਰੇ ਹੋਏ ਸੀ, ਰੇਤ ਮਾਫੀਆ ਦੇ ਵੱਲੋਂ ਮਾਈਨਿੰਗ ਘੁਟਾਲੇ ਦੀ ਵੀ ਗੱਲ ਚੱਲੀ ਸੀਗੀ, ਜਦੋਂ ਇੱਕ ਕਾਂਗਰਸੀ ਨੂੰ ਆਪਣੀ ਕੁਰਸੀ ਤੱਕ ਜਿਹੜੀ ਆ ਉਹ ਮੰਤਰੀ ਦੀ ਗਵਾਉਣੀ ਪਈ ਸੀਗੀ। ਤੇ ਹੁਣ ਸਾਧੂ ਸੋਤ ਹੋਰਾਂ ਦਾ ਨਾਮ ਆਇਆ ਆ ਘੁਟਾਲੇ ਦੇ ਮਾਮਲੇ ਦੇ ਵਿੱਚ। ਤੇ ਘੁਟਾਲਾ ਕਾਹਦੇ ਵਿੱਚ ਕੀਤਾ ਗਿਆ? ਜਿਹੜੀ ਗਰੀਬ ਵਿਦਿਆਰਥੀਆਂ, ਦਲਿਤ ਵਿਦਿਆਰਥੀਆਂ ਦੀ ਸਕਾਲਰਸ਼ਿਪ ਆਉਂਦੀ ਆ, ਪੋਸਟ ਮੈਟ੍ਰਿਕ ਸਕਾਲਰਸ਼ਿਪ, ਉਸ ਸਕਾਲਰਸ਼ਿਪ ਦੇ ਪੈਸੇ ਦੇ ਵਿੱਚ ਘੁਟਾਲਾ ਕੀਤਾ ਗਿਆ। ਤੇ ਘੁਟਾਲਾ ਹੋਇਆ ਲਗਭਗ 64 ਕਰੋੜ ਰੁਪਏ ਦਾ, 63 ਕਰੋੜ 91 ਲੱਖ ਰੁਪਏ ਦਾ ਜਿਹੜਾ ਇਹ ਘੁਟਾਲਾ ਹੋਇਆ ਆ। ਔਰ ਇਸ ਘੁਟਾਲੇ ਦੀ ਨਿਸ਼ਾਨਦੇਹੀ ਜਿਹੜੀ ਹੈ ਇਸ ਵਿਭਾਗ ਦੇ, ਜਿਸ ਵਿਭਾਗ ਦੇ ਵਿੱਚ ਉਹ ਮੰਤਰੀ ਨੇ, ਐਡੀਸ਼ਨਲ ਚੀਫ ਸਕੱਤਰ ਨੇ ਇਹਦੀ ਰਿਪੋਰਟ ਬਣਾਤੀ ਹੈ। ਰਿਪੋਰਟ ਬਣਾ ਕੇ ਮੁੱਖ ਸਕੱਤਰ ਵਿਨੀ ਮਹਾਜਨ ਹੋਰਾਂ ਨੂੰ ਭੇਜ ਦਿੱਤੀ ਹੈ। ਔਰ ਉਸ ਰਿਪੋਰਟ ਦੇ ਵਿੱਚ ਇਹ ਵੀ ਲਿਖਿਆ ਆ ਕਿ 39 ਕਰੋੜ ਦਾ ਤਾਂ ਕੋਈ ਲੇਖਾ ਜੋਖਾ ਹੀ ਹੈ ਨਹੀਂ, ਪਤਾ ਹੀ ਨਹੀਂ ਕਿੱਥੇ ਗਏ। ਕਿ ਜੇ ਕਿਤੇ ਲਿਖਿਆ ਹੋਵੇ ਕਹਿ ਦਈਏ ਕਿ ਇੱਧਰ ਕਰਤੇ ਉੱਧਰ ਕਰਤੇ, ਕੋਈ ਗਲਤ ਖਰਚਾ ਹੀ ਦਿਖਾ ਦਿੱਤਾ ਹੋਵੇ, ਵਾਧੂ ਖਰਚਾ ਹੀ ਦਿਖਾ ਦਿੱਤਾ, ਉਹ ਕਹਿੰਦੇ ਪਤਾ ਹੀ ਨਹੀਂ ਹੈ, ਕੋਈ ਲੇਖਾ ਜੋਖਾ ਹੀ ਨਹੀਂ 39 ਕਰੋੜ ਰੁਪਇਆ ਗਿਆ ਕਿੱਥੇ ਆ। ਹੁਣ ਉਸ ਸਭ ਦੇ ਵਿੱਚ ਇੱਕ ਰਿਪੋਰਟ 'ਚ ਇਹ ਵੀ ਲਿਖਿਆ ਹੋਇਆ, ਇੱਕ ਤਾਂ ਕਹਿੰਦੇ ਉਹ ਸਾਧੂ ਸਿੰਘ ਧਰਮਸੋਤ, ਦੂਜਾ ਉਹਨਾਂ ਦੇ ਵਿਭਾਗ ਦਾ ਡਿਪਟੀ ਡਾਇਰੈਕਟਰ ਜਿਹਦਾ ਨਾਮ ਹੈਗਾ ਪਰਮਿੰਦਰ ਸਿੰਘ ਗਿੱਲ, ਤੇ ਸਾਧੂ ਸਿੰਘ ਧਰਮਸੋਤ ਦਾ ਬੜਾ ਨੇੜੇ ਦਾ ਬੰਦਾ ਜਿਹੜਾ ਉਹ ਮੰਨਿਆ ਜਾਂਦਾ। ਇਹਨਾਂ ਦੋਨਾਂ ਦੀ ਮਿਲੀ ਭੁਗਤ ਨਾਲ ਹੀ ਇਹ ਕਹਿੰਦੇ ਸਾਰਾ ਕੁਝ ਹੋਇਆ ਆ। ਹੁੰਦਾ ਕੀ ਹੈ ਕਿ ਪਿਛਲੇ ਕੁਝ ਸਮੇਂ ਤੋਂ ਜਿਹੜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਨਿੱਜੀ ਸੰਸਥਾਵਾਂ ਨੂੰ ਦਿੱਤੀ ਜਾਂਦੀ ਹੈ, ਇਹ ਸਿੱਧੇ ਰੂਪ ਦੇ ਵਿੱਚ ਜਿਹੜੀ ਆ ਮੰਤਰੀ ਜਿਹੜਾ ਉਸ ਵਿਭਾਗ ਨਾਲ ਸੰਬੰਧਿਤ ਹੁੰਦਾ ਤੇ ਡਿਪਟੀ ਡਾਇਰੈਕਟਰ ਦੇ ਦਸਤਖਤਾਂ ਦੇ ਨਾਲ ਹੀ ਜਿਹੜੀ ਆ ਉਹ ਦਿੱਤੀ ਜਾਂਦੀ ਹੈ। ਤੇ ਇਹ ਵੀ ਪਤਾ ਲੱਗਾ ਕਿ ਬਹੁਤ ਸਾਰੀ ਪੇਮੈਂਟ ਜਿਹੜੀ ਆ ਉਹ ਆਪਣੇ ਤਰੀਕੇ ਦੇ ਨਾਲ ਹੀ ਡਿਪਟੀ ਡਾਇਰੈਕਟਰ ਨੇ ਬਿਨਾਂ ਸਾਧੂ ਸਿੰਘ ਧਰਮਸੋਤ ਦੇ ਦਸਤਖਤਾਂ ਤੋਂ ਆਪਣੇ ਦਸਤਖਤਾਂ ਦੇ ਨਾਲ ਵੀ ਜਿਹੜੀ ਉਹ ਦਿੱਤੀ ਹੈ। ਤੇ ਇੱਥੋਂ ਤੱਕ ਵੀ ਗੱਲ ਗਈ ਹੈ ਕਿ ਫਾਈਲਾਂ ਪੁਰਾਣੀਆਂ ਨੂੰ ਅੱਗੇ ਨਹੀਂ ਜੋੜਿਆ ਗਿਆ। ਜਿਵੇਂ ਪਹਿਲੇ ਵਿਦਿਆਰਥੀ ਸੀਗੇ, ਉਹਨਾਂ ਵਿਦਿਆਰਥੀਆਂ ਨੂੰ ਅਗਲੀ ਕਲਾਸ ਦੇ ਵਿੱਚ ਕਿਵੇਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਿੱਤੀ ਜਾਣੀ ਆ, ਅਗਲੀ ਕਲਾਸ 'ਚ ਕਿਵੇਂ ਦਿੱਤੀ ਜਾਣੀ ਆ, ਇੱਦਾਂ ਨਹੀਂ, ਨਵੀਆਂ ਫਾਈਲਾਂ ਇਸ ਵਾਰ ਤਿਆਰ ਕੀਤੀਆਂ ਗਈਆਂ, ਜਿਹਦਾ ਕਰਕੇ ਵੀ ਪਤਾ ਲੱਗਾ ਕਿ ਪਿਛਲੇ ਰਿਕਾਰਡ ਨਾਲ ਮਿਲਾਨ ਕਰਨ ਦੇ ਵਿੱਚ ਵੀ ਕਈ ਤਰੀਕੇ ਦੀਆਂ ਦਿੱਕਤਾਂ ਜਿਹੜੀਆਂ ਇਸ ਵੇਲੇ ਦਰਪੇਸ਼ ਆ ਰਹੀਆਂ ਨੇ। ਸੋ ਲਗਭਗ 64 ਕਰੋੜ ਰੁਪਏ ਦਾ ਘੁਟਾਲਾ ਜਿਹੜਾ ਆ ਉਹ ਨਿਕਲ ਕੇ ਸਾਹਮਣੇ ਆਇਆ ਆ। ਹਾਲਾਂਕਿ ਸਾਧੂ ਸਿੰਘ ਧਰਮਸੋਤ ਦਾ ਆਪ ਕਹਿਣਾ ਕਿ ਜਿਹੜੇ ਇਸ ਘੁਟਾਲੇ 'ਚ ਸ਼ਾਮਲ ਹੈ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ। ਪਰ ਜਿੱਦਾਂ ਦੀਆਂ ਉਂਗਲਾਂ ਆਪਣੇ ਉੱਤੇ ਉੱਠਦੀਆਂ ਪਈਆਂ ਨੇ, ਜਿੱਦਾਂ ਦੀਆਂ ਉਂਗਲਾਂ ਉਹਨਾਂ ਦੇ ਆਪਣੇ ਬਹੁਤ ਨੇੜੇ ਦੇ ਡਿਪਟੀ ਡਾਇਰੈਕਟਰ ਹੋਰਾਂ ਦੇ ਉੱਤੇ ਉੱਠਦੀਆਂ ਪਈਆਂ ਨੇ, ਜਿਹੜਾ ਉਹਨਾਂ ਦਾ ਬੜਾ ਨਜ਼ਦੀਕੀ ਮੰਨਿਆ ਜਾਂਦਾ ਆ, ਸੋ ਉਸ ਸਭ ਤੋਂ ਬਾਅਦ ਹੁਣ ਨਜ਼ਰਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਵੱਲ ਹੈ ਕਿ ਇਸ ਮਾਮਲੇ ਦੇ ਵਿੱਚ ਉਹ ਕਿੰਨੀ ਕੁ ਨਿਰਪੱਖਤਾ ਨਾਲ ਜਾਂਚ ਕਰਦੇ ਨੇ, ਕਰਵਾਉਂਦੇ ਨੇ, ਤੇ ਕਿਸ ਤਰੀਕੇ ਨਾਲ ਜੇ ਕੋਈ ਤੱਥ ਸਾਡੇ ਸਾਹਮਣੇ ਆਉਂਦੇ ਆ, ਕੋਈ ਦੋਸ਼ੀ ਨਿਕਲ ਕੇ ਸਾਹਮਣੇ ਆਉਂਦਾ, ਕੋਈ ਸਖਤ ਕਾਰਵਾਈ ਉਹਦੇ ਉੱਤੇ ਕੀਤੀ ਜਾਂਦੀ ਆ। ਹੁਣ ਵਿਨੀ ਮਹਾਜਨ ਹੋਰਾਂ ਦੇ ਉੱਤੇ ਵੀ ਨਜ਼ਰ ਜਿਹੜੀ ਆ ਉਹ ਟਿਕੀ ਰਹੇਗੀ, ਕਿਉਂਕਿ ਜਦੋਂ ਉਹਨਾਂ ਦੀ ਅਪਾਇੰਟਮੈਂਟ ਹੋਈ ਸੀਗੀ ਬੜਾ ਕਿੰਤੂ ਪਰੰਤੂ ਹੋਏ ਸੀਗੇ, ਕਿਉਂਕਿ ਦੋ ਵੱਡੇ ਅਹੁਦੇ ਜਿਹੜੇ ਸੀਗੇ, ਪ੍ਰਸ਼ਾਸਨ ਦਾ ਜੋ ਅਗਵਾਈ ਕਰਨੀ ਸੀ ਤੇ ਪੁਲਿਸ ਦੀ ਜੋ ਅਗਵਾਈ ਕਰਨੀ ਸੀ, ਇੱਕੋ ਟੱਬਰ 'ਚ ਗਏ। ਦਿਨਕਰ ਗੁਪਤਾ ਹੋਰੀ, ਵਿਨੀ ਮਹਾਜਨ ਹੋਰਾਂ ਦੇ ਪਤੀ ਨੇ, ਉਹ ਪੰਜਾਬ ਪੁਲਿਸ ਦੇ ਡੀਜੀਪੀ ਨੇ, ਤੇ ਵਿਨੀ ਮਹਾਜਨ ਮੁੱਖ ਸਕੱਤਰ ਨੇ, ਜਿਹਦੇ ਕੋਲ ਪ੍ਰਸ਼ਾਸਨਿਕ ਤਾਣਾ ਬਾਣਾ ਸਾਰਾ ਉਹਦੇ ਅਧੀਨ ਆਉਂਦਾ ਆ। ਤੇ ਹੁਣ ਦੇਖਣਾ ਹੋਏਗਾ ਵਿਨੀ ਮਹਾਜਨ ਹੋਰੀ ਇਸ ਮਾਮਲੇ ਨਾਲ ਕਿੱਦਾਂ ਨਜਿੱਠਦੇ ਨੇ, ਧਰਮਸੋਤ ਹੋਰੀ ਇਸ ਮਾਮਲੇ 'ਚ ਫਸਦੇ ਨੇ ਜਾਂ ਫਿਰ ਬਚ ਕੇ ਨਿਕਲ ਜਾਂਦੇ ਨੇ, ਕਿਸੇ ਹੋਰ ਦੇ ਉੱਤੇ ਇਹ ਸਾਰਾ ਮਾਮਲਾ ਪਾ ਦਿੱਤਾ ਜਾਂਦਾ, ਜਾਂ ਇਸ ਸਭ ਦੇ ਵਿੱਚੋਂ ਇਹ ਜਿਹੜਾ 64 ਕਰੋੜ ਰੁਪਈਆ ਆ ਇਹਦਾ ਲੇਖਾ ਜੋਖਾ ਦਿਖਾ ਦਿੱਤਾ ਜਾਂਦਾ ਹੈ। ਪਰ ਘੱਟੋ ਘੱਟ ਜ਼ਰੂਰ ਹੈ ਕਿਸਾਨਾਂ ਨੂੰ ਮਾੜੀ ਜਿਪਸਮ ਦੇ ਕੇ ਉਹਨਾਂ ਦਾ ਘਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਧਰ ਗਰੀਬ ਦਲਿਤ ਬੱਚਿਆਂ ਦੀ ਪੜ੍ਹਾਈ ਦਾ ਪੈਸਾ ਖਾ ਕੇ ਉਹਨਾਂ ਦਾ ਹੱਕ ਮਾਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਨੂੰ ਇਹਨਾਂ ਚੀਜ਼ਾਂ ਦੇ ਬਾਰੇ ਸੋਚਣ ਵਿਚਾਰਨ ਦੀ ਜ਼ਰੂਰਤ ਹੈ, ਥੋੜੀਆਂ ਜੀਆਂ ਤਲਖ ਫੈਸਲੇ ਲੈਣ ਦੀ ਜ਼ਰੂਰਤ ਹੈ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਨੂੰ, ਤਾਂ ਕਿ ਇਦਾਂ ਦਾ ਕੋਈ ਹੋਰ ਘੁਟਾਲਾ ਨਾ ਨਿਕਲ ਕੇ ਆਵੇ, ਕਿਉਂਕਿ ਇਹ ਘੁਟਾਲੇ ਆਉਣ ਵਾਲੇ ਦਿਨਾਂ 'ਚ ਬਹੁਤਾ ਸਮਾਂ ਬਾਕੀ ਨਹੀਂ ਹੈ 2022 ਦੇ ਵਿੱਚ, ਉਹ 22 ਦੇ ਵਿੱਚ ਕਾਂਗਰਸ ਨੂੰ ਭਾਰੀ ਪੈ ਸਕਦੇ। ਇਸ ਕਰਕੇ ਇਹਨਾਂ ਮਾਮਲਿਆਂ ਨੂੰ ਚੰਗੇ ਤਰ੍ਹਾਂ ਨਜਿੱਠਣ ਦੀ ਲੋੜ ਹੈ, ਤੇ ਨਾਲ ਦੀ ਨਾਲ ਇਦਾਂ ਦੀ ਕੋਈ ਘਟਨਾ ਜਾਂ ਇਦਾਂ ਦਾ ਕੋਈ ਘਪਲਾ ਹੋਰ ਨਾ ਹੋਵੇ, ਉਹਦੇ ਲਈ ਥੋੜਾ ਜਿਹਾ ਸੰਜੀਦਗੀ ਨਾਲ ਕੰਮ ਕਰਨ ਦੀ ਲੋੜ ਹੈ, ਤਾਂ ਕਿ ਵਿਰੋਧੀ ਪਾਰਟੀਆਂ ਨੂੰ ਕੋਈ ਮੁੱਦਾ ਨਾ ਮਿਲੇ। ਜੀ ਜਸਵੀਰ ਜੀ, ਇਹ ਤਾਂ ਹੈ, ਚਲੋ ਧਰਮਸੋਤ ਹੁਣੀ ਕਹਿ ਰਹੇ ਆ ਕਿ ਕੋਈ ਬਖਸ਼ਿਆ ਨਹੀਂ ਜਾਊਗਾ, ਖੈਰ ਦੇਖਦੇ ਆ ਕੌਣ ਬਖਸ਼ਣ ਦਾ ਕੌਣ ਨਹੀਂ।
ਪਰ ਇਸ ਵਕਤ ਸਥਿਤੀਆਂ ਬਹੁਤ ਹੀ ਜਿਹੜੀਆਂ ਖਰਾਬ ਹੋਈਆਂ ਪਈਆਂ ਨੇ। ਕੱਲ ਜਿਹੜਾ ਪ੍ਰੋਗਰਾਮ ਹੋਇਆ ਸੀ ਉਹਦੀ ਚਰਚਾ ਕੀਤੀ ਸੀ ਕਿ 17 ਵਿਧਾਇਕ ਜਿਹੜੇ ਕਰੋਨਾ ਪੋਜ਼ਿਟਿਵ ਆ ਗਏ ਆ ਤੇ ਇਜਲਾਸ ਸ਼ੁਰੂ ਹੋਣ ਜਾ ਰਿਹਾ ਸੀਗਾ ਕੱਲ ਨੂੰ, ਜੋ ਕਿ ਸ਼ੁਰੂ ਹੋਣਾ ਹੈ ਤੁਹਾਡੇ ਸਮੇਂ ਦੇ ਮੁਤਾਬਕ। ਤੇ ਹੁਣ ਜਿਹੜੀ ਚਰਚਾ ਆ ਰਹੀ ਹੈ ਕਿ ਹੋਰ 5-7 ਵਿਧਾਇਕ ਜਿਹੜੇ ਆ ਉਹ ਕਰੋਨਾ ਪੋਜ਼ਿਟਿਵ ਆ ਗਏ ਨੇ, ਤੇ ਇਸ ਹਿਸਾਬ ਨਾਲ ਜਿਹੜਾ ਇਹ ਫਿਰ ਇਜਲਾਸ ਕਿਸ ਤਰ੍ਹਾਂ ਹੋਏਗਾ, ਸਥਿਤੀ ਕੀ ਹੈ? ਸਥਿਤੀ ਬੜੀ ਚਿੰਤਾਜਨਕ ਹੈ, ਇਸ ਕਰਕੇ ਕਿ ਹੁਣ ਤੱਕ 24 ਵਿਧਾਇਕਾਂ ਦੇ ਕਰੋਨਾ ਟੈਸਟ ਦੀ ਰਿਪੋਰਟ ਪੋਜ਼ਿਟਿਵ ਆ ਗਈ ਹੈ। ਤੇ ਜੇ 24 ਜਣੇ ਪੋਜ਼ਿਟਿਵ ਆਏ ਆ ਤੇ 2 ਮੈਂ ਪਹਿਲਾਂ ਹੀ ਕਿਹਾ ਸੀਗਾ ਕਿ ਉਹਨਾਂ ਦੇ ਸ਼ਾਮਲ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ, ਤੇ 26 ਬਣ ਜਾਂਦੇ, ਇੱਕ ਪ੍ਰਕਾਸ਼ ਸਿੰਘ ਬਾਦਲ ਹੋਰੀ, ਇੱਕ ਸੁਖਪਾਲ ਖਹਿਰਾ ਹੋਰੀ। ਸੋ 26 ਵਿਧਾਇਕ ਤਾਂ 117 ਦੇ ਵਿੱਚੋਂ ਆਪਾਂ ਸਿੱਧੇ ਤੌਰ ਤੇ ਮੰਨ ਲੈਨੇ ਕਿ ਕਿਨਾਰੇ ਤੇ ਹੋ ਗਿਆ, ਉਹ ਇਹਦੇ ਵਿੱਚ ਸ਼ਾਮਲ ਨਹੀਂ ਹੋਣਗੇ। ਅੱਜ ਵੀ ਕੁਝ ਟੈਸਟਾਂ ਦੀਆਂ ਰਿਪੋਰਟਸ ਆਉਣੀਆਂ ਨੇ, ਹੁਣ ਉਹਨਾਂ ਦੇ ਵਿੱਚ ਕਿੱਦਾਂ ਦੇ ਨਤੀਜੇ ਨਿਕਲ ਕੇ ਸਾਹਮਣੇ ਆਉਂਦੇ ਆ ਉਹ ਵੀ ਦੇਖਣਾ ਹੋਏਗਾ। ਪਰ ਇਸ ਸਭ ਤੋਂ ਵੱਡੀ ਜਿਹੜੀ ਖਬਰ ਇਸ ਸਭ ਦੇ ਵਿੱਚ ਇਹ ਆ ਕਿ ਹੋ ਸਕਦਾ ਆ ਕਿ ਮੁੱਖ ਵਿਰੋਧੀ ਧਿਰਾਂ 2 ਇਸ ਵੇਲੇ ਜਿਹੜੀਆਂ ਹੈਗੀਆਂ, ਪਹਿਲੀ ਮੁੱਖ ਵਿਰੋਧੀ ਧਿਰ ਹੈਗੀ ਆ ਆਮ ਆਦਮੀ ਪਾਰਟੀ ਤੇ ਦੂਜੀ ਵਿਰੋਧੀ ਧਿਰ ਹੈਗੀ ਆ ਅਕਾਲੀ ਦਲ। ਇਹ ਹੋ ਸਕਦਾ ਕਿ ਦੋਨੋਂ ਹੀ ਪਾਰਟੀਆਂ ਵਿਧਾਨ ਸਭਾ ਦੇ ਅੰਦਰ ਦਾਖਲ ਨਾ ਹੋਣ। ਇਹਦਾ ਕਾਰਨ ਕੀ ਹੈ? ਇਹਦਾ ਕਾਰਨ ਇੱਕ ਇਹ ਹੈ ਕਿ ਜਦੋਂ ਵੀ ਕੋਈ ਇਜਲਾਸ ਹੁੰਦਾ, ਹਰ ਪਾਰਟੀ ਆਪਣੀ ਇੱਕ ਮੀਟਿੰਗ ਬੁਲਾਉਂਦੀ ਆ, ਉਸ ਮੀਟਿੰਗ ਦੇ ਵਿੱਚ ਫੈਸਲੇ ਲਏ ਜਾਂਦੇ ਆ, ਰਣਨੀਤੀਆਂ ਤੈਅ ਕੀਤੀਆਂ ਜਾਂਦੀਆਂ ਕਿ ਕਿਸ ਤਰੀਕੇ ਨਾਲ ਵਿਧਾਨ ਸਭਾ ਦੇ ਵਿੱਚ ਸਰਕਾਰ ਮੀਟਿੰਗ ਕਰਦੀ ਹੈ ਕਿ ਕਿੱਦਾਂ ਆਪਣੇ ਪੱਖ ਤੇ ਆਪਣੇ ਪਹਿਲੂ ਰੱਖਣੇ, ਕਿਹੜੇ-ਕਿਹੜੇ ਬਿੱਲ, ਕਿਹੜੇ ਪ੍ਰਸਤਾਵ, ਆਰਡੀਨੈਂਸ ਲੈ ਕੇ ਆਉਣੇ ਆ, ਤੇ ਵਿਰੋਧੀ ਪਾਰਟੀਆਂ ਦੀ ਕੋਸ਼ਿਸ਼ ਹੁੰਦੀ ਹੈ ਕਿਹੜੇ-ਕਿਹੜੇ ਨੁਕਤਿਆਂ ਤੇ ਅਸੀਂ ਘੇਰਨਾ ਆ, ਕਿਹੜੇ-ਕਿਹੜੇ ਮਤੇ ਅਸੀਂ ਰੱਖਣੇ ਆ ਸਰਕਾਰ ਦੇ ਅੱਗੇ। ਹੁਣ ਮੀਟਿੰਗ ਕਾਂਗਰਸ ਨੇ ਤੋਂ ਇਲਾਵਾ ਜਿਹੜੀ ਆ ਉਹ ਅਕਾਲੀ ਦਲ ਨੇ ਵੀ ਕੀਤੀ ਆ, ਮੀਟਿੰਗ ਆਮ ਆਦਮੀ ਪਾਰਟੀ ਨੇ ਵੀ ਕੀਤੀ ਆ। ਜਦੋਂ ਅਸੀਂ ਗੱਲ ਕਰਦੇ ਹਾਂ ਆਮ ਆਦਮੀ ਪਾਰਟੀ ਦੀ, ਤੇ ਆਮ ਆਦਮੀ ਪਾਰਟੀ ਦੇ 3 ਵਿਧਾਇਕ ਇਸ ਸਮੇਂ ਜਿਹੜੇ ਆ ਕਰੋਨਾ ਪੋਜ਼ਿਟਿਵ ਪਾਏ ਗਏ ਆ। ਬਿਲਾਸਪੁਰ ਹੋਰੀ ਪੋਜ਼ਿਟਿਵ ਪਾਏ ਗਏ ਆ। ਇਸ ਤੋਂ ਇਲਾਵਾ ਰਾਤੀ ਦੇਰ ਸ਼ਾਮੀ ਜਿਹੜਾ ਬੁੱਧਰਾਮ ਹੋਰੀ ਵੀ ਜਿਹੜੇ ਆ ਉਹ ਪੋਜ਼ਿਟਿਵ ਆ ਗਏ, ਔਰ ਇਹ ਦੋਨੋਂ ਹੀ ਉਸ ਮੀਟਿੰਗ ਦੇ ਵਿੱਚ ਸ਼ਾਮਲ ਸੀ ਜਿਹੜੀ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਦੀ ਹੋਈ ਸੀਗੀ। ਤੇ ਉਸ ਤੋਂ ਬਾਅਦ ਜੇ ਸਾਰੇ ਵਿਧਾਇਕਾਂ ਦੀ ਮੀਟਿੰਗ ਦੇ ਵਿੱਚ ਉਹ ਇਕੱਠੇ ਹੋਏ ਸੀਗੇ, ਕਿਉਂਕਿ ਮੀਟਿੰਗ ਤੋਂ ਬਾਅਦ ਜਿਹੜਾ ਉਹ ਖਾਣਾ ਵੀ ਇਕੱਠੇ ਖਾਂਦੇ ਆ, ਇਹ ਇੱਕ ਦੂਜੇ ਨਾਲ ਮਿਲੇ ਗਿਲੇ ਵੀ ਹੋਣਗੇ, ਨੇੜੇ ਵੀ ਖੜੇ ਹੋਣਗੇ, ਗੱਲਾਂ ਵੀ ਕੀਤੀਆਂ ਹੋਣਗੀਆਂ, ਤੇ ਕਈ ਵਾਰੀ ਇਦਾਂ ਦੇ ਹਾਲਾਤਾਂ 'ਚ ਮਾਸਕ ਮੂਸਕ ਵੀ ਹਟਾ ਲੈਂਦੇ ਆ ਸਾਡੇ ਲੀਡਰ ਕਿ ਗੱਲਬਾਤ ਆਪਾਂ ਏਦਾਂ ਹੀ ਕਰ ਲੈਂਦੇ, ਕੋਈ ਗੱਲ ਨਹੀਂ। ਸੋ ਉਹਨਾਂ ਹਾਲਾਤਾਂ ਦੇ ਵਿੱਚ ਬਾਕੀਆਂ ਦੇ ਵਿੱਚ ਵੀ ਕਰੋਨਾ ਦੇ ਪਹੁੰਚਣ ਦੀਆਂ ਸੰਭਾਵਨਾਵਾਂ ਕਿਤੇ ਜ਼ਿਆਦਾ। ਇਨ ਬਿਨ ਇਸੇ ਤਰੀਕੇ ਨਾਲ ਅਕਾਲੀ ਦਲ ਦੇ ਵਿੱਚ ਵੀ ਹੋਇਆ, ਉਹਨਾਂ ਨੇ ਵੀ ਮੀਟਿੰਗ ਕੀਤੀ, ਔਰ ਉਸੇ ਮੀਟਿੰਗ ਦੇ ਵਿੱਚ ਗੁਰਪ੍ਰਤਾਪ ਸਿੰਘ ਵਡਾਲਾ ਹੋਰੀ ਨਕੋਦਰ ਤੋਂ ਜਿਹੜੇ ਅਕਾਲੀ ਦਲ ਦੇ ਵਿਧਾਇਕ ਨੇ ਉਹ ਸ਼ਾਮਲ ਸੀਗੇ। ਹੁਣ ਉਸ ਵਿੱਚ ਗੁਰਪ੍ਰਤਾਪ ਵਡਾਲਾ ਵੀ ਅਕਾਲੀ ਦਲ ਦੇ ਮੈਂਬਰਾਂ ਨੂੰ ਜ਼ਰੂਰ ਮਿਲੇ ਹੋਣਗੇ, ਵਿਧਾਇਕਾਂ ਨਾਲ ਜ਼ਰੂਰ ਗੱਲਬਾਤ ਕੀਤੀ ਹੋਏਗੀ। ਉਹਨਾਂ ਪ੍ਰਸਥਿਤੀਆਂ ਦੇ ਵਿੱਚ, ਕਿਉਂਕਿ ਸਰਕਾਰੀ ਗਾਈਡਲਾਈਨਸ ਇਹ ਕਹਿੰਦੀਆਂ ਨੇ ਕਿ ਜੇ ਕਿਸੇ ਨੂੰ ਕਰੋਨਾ ਵਾਇਰਸ ਹੁੰਦਾ ਆ, ਉਹਦੇ ਸੰਪਰਕ ਦੇ ਵਿੱਚ ਆਉਣ ਵਾਲੇ ਲੋਕਾਂ ਨੂੰ ਵੀ ਇਕਾਂਤਵਾਸ ਕਰ ਦਿੱਤਾ ਜਾਏਗਾ, ਔਰ ਇਕਾਂਤਵਾਸ ਹੋਣਾ ਲਾਜ਼ਮੀ ਹੋਏਗਾ, ਕਿਉਂਕਿ ਉਹਦੀ ਲੜੀ ਨੂੰ ਤੋੜਨਾ ਹੈ, ਅਸੀਂ ਕਰੋਨਾ ਵਾਇਰਸ ਦੀ ਚੇਨ ਨੂੰ ਤੋੜਨਾ ਹੈ। ਤੇ ਫਿਰ ਭਾਈ ਆਮ ਆਦਮੀ ਪਾਰਟੀ ਦੇ ਵਿਧਾਇਕ ਸਾਰੇ ਮਿਲੇ ਆ, ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਕਰੋਨਾ ਪੋਜ਼ਿਟਿਵ ਹੋਏ ਵਿਅਕਤੀ ਨੂੰ ਅਕਾਲੀ ਦਲ ਵਾਲੇ ਸਾਰੇ ਮਿਲੇ ਆ, ਅਕਾਲੀ ਦਲ ਦੇ ਵਿਧਾਇਕ ਪੋਜ਼ਿਟਿਵ ਹੋਏ ਨੂੰ। ਉਹਨਾਂ ਪ੍ਰਸਥਿਤੀਆਂ ਦੇ ਵਿੱਚ ਜੇ ਸਾਰਿਆਂ ਨੂੰ ਇਕਾਂਤਵਾਸ ਕਰ ਦਿੱਤਾ ਜਾਂਦਾ ਤੇ ਇਹ ਤੈਅ ਮੰਨਿਆ ਜਾਵੇ ਕਿ ਮਤਲਬ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਇਸ ਵਿਧਾਨ ਸਭਾ ਦੇ ਇਜਲਾਸ ਚੋਂ ਨਦਾਰਦ ਰਹਿ ਸਕਦੇ ਆ। ਪਰ ਦੇਖਣਾ ਹੋਏਗਾ ਕਿ ਇਕਾਂਤਵਾਸ ਭੇਜਣ ਵਾਲੀ, ਲੜੀ ਨੂੰ ਤੋੜਨ ਵਾਲੀ ਪ੍ਰਕਿਰਿਆ ਜਿਹੜੀ ਹੈਗੀ ਆ, ਜਿਹੜੇ ਨਿਯਮ ਹੈਗੇ ਆ, ਇਹਨਾਂ ਨੂੰ ਇਨ ਬਿਨ ਲਾਗੂ ਕੀਤਾ ਜਾਂਦਾ ਜਾਂ ਨਹੀਂ ਲਾਗੂ ਕੀਤਾ ਜਾਂਦਾ। ਇੱਥੋਂ ਤੱਕ ਕਿ ਜੇ ਅਸੀਂ ਗੱਲ ਕਰ ਲਈਏ ਕਿ ਕੱਲੀ ਵਿਰੋਧੀ ਧਿਰਾਂ ਨਹੀਂ, ਇਹ ਸੱਤਾ ਕਾਂਗਰਸ ਦੇ ਵੀ 14 ਤੋਂ ਵੱਧ ਵਿਧਾਇਕ ਜਿਹੜੇ ਆ ਉਹ ਕਰੋਨਾ ਪੋਜ਼ਿਟਿਵ ਆ ਗਏ, ਉਹਦੇ ਵਿੱਚ 3 ਕੁ ਮੰਤਰੀ ਵੀ ਜਿਹੜੇ ਆ ਉਹ ਸ਼ੁਮਾਰ ਹੈਗੇ ਆ। ਸੋ ਉਹਨਾਂ ਪ੍ਰਸਥਿਤੀਆਂ ਦੇ ਵਿੱਚ ਵਿਧਾਨ ਸਭਾ ਦਾ ਇਜਲਾਸ ਕਿਹੋ ਜਿਹਾ ਹੋਏਗਾ, ਸ਼ੰਕੇ ਆਪਾਂ ਪਹਿਲਾਂ ਹੀ ਪ੍ਰਗਟਾਏ ਸੀਗੇ, ਉਹ ਸ਼ੰਕੇ ਜਿਹੜੇ ਆ ਉਹ ਸੱਚ ਹੁੰਦੇ ਵੀ ਜਿਹੜੇ ਉਹ ਨਜ਼ਰ ਆ ਰਹੇ ਆ। ਸੋ ਉਹਨਾਂ ਪ੍ਰਸਥਿਤੀਆਂ ਦੇ ਵਿੱਚ ਇਹਨੂੰ ਇੱਕ ਸੰਵਿਧਾਨਕ ਮਜਬੂਰੀ ਦੇ ਤਹਿਤ ਖਾਨਾ ਪੂਰਤੀ ਤਾਂ ਮੰਨ ਲਿਆ ਜਾਊਗਾ ਇਸ ਇਜਲਾਸ ਨੂੰ, ਪਰ ਸਹੀ ਮਾਇਨਿਆਂ ਦੇ ਵਿੱਚ ਜਿਸ ਮਕਸਦ ਮਨਸੂਬੇ ਲਈ ਇਜਲਾਸ ਰੱਖਣ ਦੀ ਸੰਵਿਧਾਨ ਜਿਹੜਾ ਉਹ ਗੱਲ ਕਰਦਾ, ਉਹ ਮਨਸੂਬੇ ਇਹਦੇ ਵਿੱਚ ਪੂਰੇ ਹੁੰਦੇ ਨਜ਼ਰ ਨਹੀਂ ਆਉਣਗੇ ਮਨਦੀਪ ਜੀ। ਉਹ ਪ੍ਰਸਥਿਤੀਆਂ ਬਿਲਕੁਲ ਸਾਨੂੰ ਸਾਫ਼ ਤੇ ਸਪਸ਼ਟ ਨਜ਼ਰ ਆ ਰਹੀਆਂ ਨੇ। ਜੀ ਬਿਲਕੁਲ, ਬੇਸ਼ੱਕ ਮੇਰੇ ਖਿਆਲ ਨਾਲ ਕਰੋਨਾ ਨੇ ਬਹੁਤ ਸਾਰੀਆਂ ਚੀਜ਼ਾਂ ਤੇ ਪ੍ਰਭਾਵ ਪਾਇਆ, ਪਰ ਜਿਹੜੀ ਸਿਆਸਤ ਆ ਉਹ ਸਾਰੀ ਦੁਨੀਆ ਦੇ ਵਿੱਚ ਇਸੇ ਤਰ੍ਹਾਂ ਚੱਲ ਰਹੀ ਹੈ ਕਿ ਸਿਆਸਤ ਹਮੇਸ਼ਾ ਸ਼ਾਇਦ ਇਹੋ ਜਿਹੀ ਚੀਜ਼ ਬਣ ਗਈ ਹੈ ਕਿ ਸਿਆਸਤ ਕਦੇ ਠੰਡੀ ਨਹੀਂ ਹੁੰਦੀ।
ਬਿਲਕੁਲ ਸਿਆਸਤ ਕਦੀ ਵੀ ਠੰਡੀ ਨਹੀਂ ਹੁੰਦੀ, ਔਰ ਸਿਆਸਤ ਦੇ ਤੇ ਇਹ ਹਾਲਾਤ ਨੇ। ਤੁਸੀਂ ਕੈਨੇਡਾ ਦੇ ਵਿੱਚ ਬੈਠੇ ਹੋ, ਮੈਂ ਇੱਧਰ ਪੰਜਾਬ 'ਚ ਬੈਠਾ। ਜੇ ਪੰਜਾਬ ਦੀ ਗਰਮਾ ਗਰਮ ਸਿਆਸਤ ਦੀ ਗੱਲ ਕਰਦਾ ਤੇ ਮੈਨੂੰ ਪਤਾ ਲੱਗਾ ਹੈ ਕਿ ਕੈਨੇਡਾ ਦੇ ਵਿੱਚ ਵੀ ਇਸ ਵੇਲੇ ਸਿਆਸਤ ਖਾਸੀ ਭਖੀ ਪਈ ਹੈ। ਜਸਟਿਨ ਟਰੂਡੋ ਹੋਰੀ ਕੁਝ ਚਰਚਾਵਾਂ ਚੱਲਦੀਆਂ ਪਈਆਂ ਨੇ ਕਿ ਸ਼ਾਇਦ, ਕਿਉਂਕਿ ਵੈਸੇ ਤਾਂ ਕਿਸੇ ਦੀ ਸਰਕਾਰ ਬਣ ਜਾਵੇ ਤਾਂ ਆਨੀ ਬਹਾਨੀ ਸਾਡੇ ਭਾਰਤ ਦੇ ਵਿੱਚ ਤਾਂ ਸਰਕਾਰ ਬਣਾਏ ਰੱਖਣ ਲਈ ਕਈ ਤਰ੍ਹਾਂ ਦੇ ਹੇਰ-ਫੇਰ ਵੀ ਕਰਦਾ। ਤੇ ਇਸ ਵੇਲੇ ਸਥਿਤੀਆਂ ਇਹ ਚਰਚਾਵਾਂ ਚੱਲਦੀਆਂ ਨੇ ਕਿ ਜਸਟਿਨ ਟਰੂਡੋ ਹੋਰੀ ਹੋ ਸਕਦਾ ਹੈ ਕਿ ਆਪਣੀ ਹੀ ਸਰਕਾਰ ਡੇਗ ਕੇ ਦੁਬਾਰਾ ਚੋਣਾਂ ਕਰਵਾਉਣ ਵੱਲ ਕਦਮ ਵਧਾ ਸਕਦੇ ਨੇ। ਇਹ ਸੰਭਾਵਨਾਵਾਂ ਜਤਾਈਆਂ ਜਾ ਰਹੀਆਂ ਨੇ। ਜੀ ਬਿਲਕੁਲ, ਅਸਲ 'ਚ ਸਿਆਸੀ ਹਵਾ ਚਾਹੇ ਦੁਨੀਆ ਦਾ ਜਿਹੜਾ ਮਰਜ਼ੀ ਮੁਲਕ ਹੋਵੇ, ਸਿਆਸੀ ਹਵਾ ਬਹੁਤ ਜਲਦੀ ਬਦਲਦੀ ਹੈ। ਇੱਧਰ ਗਵਾਂਢ 'ਚ ਅਮਰੀਕਾ ਵਿੱਚ ਪੂਰੇ ਜ਼ੋਰਾਂ ਤੇ ਕੰਮ ਚੱਲ ਰਿਹਾ, ਉੱਥੇ ਇਲੈਕਸ਼ਨ ਹੋ ਰਹੇ ਨੇ, ਤਕਰੀਬਨ 2 ਕੁ ਮਹੀਨੇ ਰਹਿੰਦੇ ਨੇ ਉੱਥੇ ਇਲੈਕਸ਼ਨ ਹੋਣ ਨੂੰ, ਨਵਾਂ ਰਾਸ਼ਟਰਪਤੀ ਬਣਨ ਨੂੰ, ਤੇ ਉੱਥੇ ਪੂਰੇ ਸਿਖਰਾਂ ਤੇ ਕਰੋਨਾ ਵਾਇਰਸ ਦੀ ਮਹਾਮਾਰੀ ਦੇ ਨਾਲ ਨਾਲ ਪੂਰਾ ਸਿਖਰਾਂ ਤੇ ਉੱਥੇ ਜਿਹੜਾ ਚੋਣ ਪ੍ਰਚਾਰ ਹੋ ਰਿਹਾ। ਤੇ ਕੈਨੇਡਾ ਵਿੱਚ ਵੀ ਕੁਝ ਇਹੋ ਜਿਹੀ ਸੰਭਾਵਨਾ ਬਣਦੀ ਜਾ ਰਹੀ ਹੈ। ਅਸਲ 'ਚ ਕੁਝ ਦਿਨ ਪਹਿਲਾਂ ਜਿਹੜੇ ਸੀਗੇ ਵਿਰੋਧੀ ਧਿਰ ਦੇ ਆਗੂ ਸੀ, ਉਹ ਜਸਟਿਨ ਟਰੂਡੋ ਨੂੰ ਚੀਕ ਕੇ ਮੰਗ ਰਹੇ ਸੀ ਕਿ ਅਸਤੀਫਾ ਦਿਓ, ਅਸਤੀਫਾ ਦਿਓ। ਤੇ ਹੁਣ ਗੱਲ ਇਹ ਹੋਈ ਹੈ ਕਿ ਵਿਰੋਧੀ ਧਿਰਾਂ ਦੇ ਜਿਹੜੇ ਆਗੂ ਉਹ ਬਿਆਨ ਦੇ ਰਹੇ ਕਿ ਅਸੀਂ ਸਰਕਾਰ ਨਹੀਂ ਸੁੱਟਣਾ ਚਾਹੁੰਦੇ, ਅਸੀਂ ਚਾਹੁੰਦੇ ਹਾਂ ਕਿ ਸਰਕਾਰ ਕੰਮਕਾਰ ਕਰਦੀ ਰਹੇ, ਤੇ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਸਹੀ ਕੰਮ ਕਰੇ। ਤੇ ਹੁਣ ਖਬਰ ਇਹ ਆ ਰਹੀ ਹੈ ਕਿ ਜੋ ਹਾਲਾਤ ਨੇ ਉਹ ਜਸਟਿਨ ਟਰੂਡੋ ਸ਼ਾਇਦ ਖੁਦ ਇਹ ਕਦਮ ਉਠਾ ਲੈਣ। ਫਿਲਹਾਲ ਤਾਂ ਪਾਰਲੀਮੈਂਟ ਉਹਨਾਂ ਨੇ 23 ਸਤੰਬਰ ਤੱਕ ਮੁਲਤਵੀ ਕੀਤੀ ਹੋਈ ਆ, ਪਰ ਸੰਭਾਵਨਾ ਹੁਣ ਇਹ ਆ ਕਿ 23 ਸਤੰਬਰ ਨੂੰ ਸਪੀਚ ਆਫ ਥਰੋਨ ਹੋਣੀ ਆ, ਭਾਸ਼ਣ ਹੋਊਗਾ ਪ੍ਰਧਾਨ ਮੰਤਰੀ ਦਾ। ਉਹਦੇ ਵਿੱਚ ਸੰਭਾਵਨਾ ਇਹ ਆ ਕਿ ਕਿਤੇ ਨਾ ਕਿਤੇ ਸੰਕੇਤ ਮਿਲ ਜਾਵੇ ਕਿ ਸ਼ਾਇਦ ਉਹ ਚੋਣਾਂ ਕਰਵਾਉਣੀਆਂ ਚਾਹੁੰਦੇ ਨੇ, ਕਿਉਂਕਿ ਇਸ ਵਕਤ ਜਦੋਂ ਕਰੋਨਾ ਵਾਇਰਸ ਦੀ ਮਹਾਮਾਰੀ ਸ਼ੁਰੂ ਹੋਈ ਸੀ ਤਾਂ ਬੜੀ ਕਹਿ ਸਕਦੇ ਆ ਕਿ ਲੋਕਾਂ ਨੇ ਬਹੁਤ ਸਰਾਹਿਆ ਵਾ ਜਿਸ ਤਰ੍ਹਾਂ ਜਸਟਿਨ ਟਰੂਡੋ ਨੇ ਕੈਨੇਡਾ ਦੀ ਕਮਾਨ ਸੰਭਾਲੀ ਹੈ, ਜਿਸ ਤਰ੍ਹਾਂ ਲੋਕਾਂ ਦੀ ਬਾਹ ਫੜੀ ਆ, ਜਿਸ ਤਰ੍ਹਾਂ, ਜਾਂ ਐ ਕਹ ਲਓ ਕਿ ਸਿੱਧੇ ਸ਼ਬਦਾਂ 'ਚ ਅਸੀਂ ਇਹ ਕਹਿ ਲਈਏ ਕਿ ਜਿਸ ਤਰ੍ਹਾਂ ਲੋਕਾਂ ਨੂੰ ਪੈਸੇ ਵੰਡੇ ਨੇ, ਲੋਕ ਬੜੇ ਖੁਸ਼ ਨੇ। ਤੇ ਜਿਹੜਾ ਸਰਵੇ ਹੁਣੇ ਆਇਆ ਸੀ ਉਹਦੇ ਵਿੱਚ ਇਹ ਸੀਗਾ ਕਿ 38% ਲੋਕ ਜਿਹੜੇ ਆ ਜਸਟਿਨ ਟਰੂਡੋ ਦੇ ਸਮਰਥਨ ਵਿੱਚ ਆ, 30% ਜਿਹੜੇ ਉਹਨਾਂ ਦੇ ਵਿਰੋਧ 'ਚ ਆ ਜੋ ਕਿ ਕੰਜ਼ਰਵੇਟਿਵ ਵੱਲ ਨੂੰ ਜਾ ਰਹੇ ਆ, ਤੇ 16 ਤੋਂ 18% ਜਿਹੜੇ ਸੀ ਉਹ ਐਨਡੀਪੀ ਵਾਲੇ ਆ। ਜੇ ਇਹ 38% ਲੋਕ ਜਿਹੜੇ ਆ, ਜੇ ਇਹਨਾਂ ਦੀ ਵੋਟਾਂ ਤੱਕ ਰਹਿੰਦੀ ਆ, ਜਸਟਿਨ ਟਰੂਡੋ ਲੈ ਲੈਂਦੇ ਆ, ਤਾਂ ਹੋ ਸਕਦਾ ਕਿ ਬਹੁਮਤ ਦੀ ਜਿਹੜੀ ਸਰਕਾਰ ਹੈ ਪੂਰੇ 4 ਸਾਲ ਦੀ ਉਹ ਟਰੂਡੋ ਬਣਾ ਲੈਣ। ਹਾਲੇ ਮਿਨੋਰਟੀ ਸਰਕਾਰ ਆ, ਹੋ ਸਕਦਾ ਕਿ ਅੱਜ ਸਥਿਤੀ ਬਿਹਤਰ ਆ, ਵਿਰੋਧੀ ਧਿਰਾਂ ਦੀ ਬਹੁਤੀ ਸਥਿਤੀ ਬਿਹਤਰ ਨਹੀਂ, ਕੱਲ ਨੂੰ ਬਿਹਤਰ ਹੋਊਗੀ ਤਾਂ ਸਰਕਾਰ ਸੁੱਟ ਲੈਣ ਤੇ ਕਹਿਣ ਚਲੋ ਹੁਣ ਵੋਟਾਂ ਕਰਾਓ। ਹੁਣ ਸਥਿਤੀ ਇਹ ਹੈ ਕਿ ਜਿਹੜੀ ਮੁੱਖ ਵਿਰੋਧੀ ਧਿਰ ਹੈ ਕੰਜ਼ਰਵੇਟਿਵ, ਉਹਨੇ ਹੁਣੇ ਇੱਕ ਨਵਾਂ ਲੀਡਰ ਚੁਣਿਆ, ਜਿਹੜਾ ਲੀਡਰ ਸਮਝਦੇ ਸੀ ਕਿ ਬਹੁਤ ਮਕਬੂਲ ਆ, ਜਿਹੜਾ ਚੁਣਿਆ ਜਾ ਸਕਦਾ, ਪੀਟਰ ਮਕੇ ਉਹਦਾ ਨਾਂ ਸੀ, ਉਹ ਆਪਣੀ ਹੀ ਪਾਰਟੀ ਵਿੱਚ ਹਾਰ ਗਿਆ। ਤੇ ਜਿਹੜਾ ਲੀਡਰ ਬਣਿਆ ਏਰਨ ਅਟੂਲ, ਉਹ ਇੱਕ ਕੈਨੇਡੀਅਨਸ ਲਈ ਉਹ ਇੱਕ ਨਵਾਂ ਚਿਹਰਾ ਆ। ਉਹਦੀ ਬਹੁਤੀ ਹੱਲੇ ਤੱਕ ਨਾ ਬਹੁਤੀ ਸਿਆਸਤ ਆ ਆਪਦੇ ਹਲਕੇ ਤੋਂ ਬਾਹਰ, ਨਾ ਬਹੁਤਾ ਕੋਈ ਉਹਦਾ ਲੋਕਾਂ ਨਾਲ ਵਾਹ ਵਸਤਾ ਆ, ਕਈ ਲੋਕਾਂ ਨੂੰ ਪਤਾ ਵੀ ਨਹੀਂ ਸੀ ਕਿ ਇਹ ਬੰਦਾ ਕੌਣ ਆ। ਸੋ ਹੁਣ ਉਹਨੂੰ ਹੱਲੇ ਟਾਈਮ ਲੱਗੂਗਾ ਪੈਠ ਬਿਠਾਉਣ ਦੇ ਵਿੱਚ, ਆਪਣੀਆਂ ਨੀਤੀਆਂ ਦੱਸਣ ਦੇ ਵਿੱਚ, ਲੋਕਾਂ ਨੂੰ ਥੋੜਾ ਜਿਹਾ ਵਿਸ਼ਵਾਸ ਦਿਵਾਉਣ ਦੇ ਵਿੱਚ ਕਿ ਉਹ ਜਸਟਿਨ ਟਰੂਡੋ ਤੋਂ ਵਧੀਆ ਲੀਡਰ ਆ। ਤੇ ਜੇ ਉਹ ਇਹ ਟਾਈਮ ਉਹਨਾਂ ਨੂੰ ਮਿਲਦਾ ਆ ਤਾਂ ਜਸਟਿਨ ਟਰੂਡੋ ਲਈ ਤਾਂ ਇਹ ਸਥਿਤੀ ਆ ਕਿ ਉਹ ਆਪਣੇ ਵਿਰੋਧੀਆਂ ਨੂੰ ਖੁਦ ਹੀ ਜਿਹੜਾ ਬਲ ਬਖਸ਼ ਰਿਹਾ ਜਾਂ ਤਕੜਾ ਕਰ ਰਿਹਾ। ਸੋ ਬਹੁਤ ਸਾਰੇ ਸਿਆਸੀ ਸਲਾਹਕਾਰ, ਸਿਆਸੀ ਮਾਹਰ ਇਹ ਮੰਨਦੇ ਆ ਕਿ ਇਹ ਟਰੂਡੋ ਲਈ ਬਿਹਤਰ ਸਮਾਂ ਆ। ਬੇਸ਼ੱਕ ਕਰੋਨਾ ਵਾਇਰਸ ਦੀ ਮਹਾਮਾਰੀ ਚੱਲ ਰਹੀ ਆ, ਪਰ ਇਹ ਬਿਹਤਰ ਸਮਾਂ ਹੈ ਕਿ ਜਦੋਂ ਮੋਹਰੇ ਇੱਕ ਨਵਾਂ ਲੀਡਰ ਆ, ਬਹੁਤੇ ਲੋਕ ਉਹਨੂੰ ਜਾਣਦੇ ਨਹੀਂ, ਐਨਡੀਪੀ ਉਸ ਹਾਲਾਤ 'ਚ ਨਹੀਂ ਗੀ ਕਿ ਉਹ ਆ ਕੇ ਟੱਕਰ ਦੇ ਕੇ ਸਰਕਾਰ ਬਣਾ ਸਕੇ। ਸੋ ਜਸਟਿਨ ਟਰੂਡੋ ਦੇ ਸਮਰਥਨ 'ਚ ਲੋਕ ਵੀ ਹੈਗੇ ਆ। ਸੋ ਇਹ ਬਿਹਤਰ ਸਮਾਂ ਹੈ ਕਿ ਉਹ ਚੋਣਾਂ ਕਰਵਾ ਕੇ ਜਿਹੜੀ ਘੱਟ ਗਿਣਤੀ ਸਰਕਾਰ ਹੈ ਉਹ ਤੋਂ ਆਪਦੀ ਪੂਰਨ ਬਹੁਮਤ ਵਾਲੀ ਸਰਕਾਰ ਬਣਾ ਲੈਣ। ਸੋ ਇਸ ਤਰ੍ਹਾਂ ਦੀ ਚਰਚਾ ਚੱਲ ਰਹੀ ਹੈ ਇਸ ਵਕਤ ਕੈਨੇਡਾ ਵਿੱਚ, ਜੋ ਕਿ ਅੱਜ ਤੋਂ ਸ਼ੁਰੂ ਹੋਈ ਹੈ। ਸੋ ਹੁਣ ਦੇਖਣਾ ਇਹ ਬਣਦਾ ਕਿ ਜਦੋਂ, ਹਾਲਾਂਕਿ ਇਸ ਵਕਤ ਸਲਾਹ ਜ਼ਰੂਰ ਇਹ ਚੱਲ ਰਹੀ ਹੈ ਪਰ ਕੁਝ ਵੀ ਹਾਲੇ ਤੱਕ ਪੱਕਾ ਨਹੀਂ, ਪਰ ਤੁਹਾਨੂੰ ਪਤਾ ਹੈ ਕਿ ਸੰਭਾਵਨਾਵਾਂ ਤੇ ਸਿਆਸਤ ਵਿੱਚ ਕੁਝ ਵੀ ਸੰਭਵ ਹੋ ਸਕਦਾ ਆ। ਸੋ 23 ਸਤੰਬਰ ਨੂੰ ਇਹ ਕਾਫੀ ਕੁਝ ਕਲੀਅਰ ਹੋ ਜਾਊਗਾ, ਪਰ ਉਸ ਤੋਂ ਪਹਿਲਾਂ ਉਦੋਂ ਤੱਕ ਇਹ ਚਰਚਾ ਚੱਲਦੀ ਰਹੂਗੀ ਕਿ ਆਖਰਕਾਰ ਜਸਟਿਨ ਟਰੂਡੋ ਚੋਣਾਂ ਕਰਵਾਉਂਦੇ ਨੇ ਜਾਂ ਨਹੀਂ ਕਰਵਾਉਂਦੇ। ਸੋ ਇਹ ਤਾਂ ਇੱਥੇ ਦੀ ਚੋਣਾਂ ਦੀ ਗੱਲ ਹੋ ਗਈ। ਮੈਂ ਸੁਣਿਆ ਪੰਜਾਬ ਦੇ ਵਿੱਚ ਵੀ ਜਿਹੜਾ ਵਾ ਕੈਪਟਨ ਸਾਹਿਬ ਦੀ ਤੇ ਉਹਦਾ ਜਿਹੜੇ 7 ਗੈਰ ਕਾਂਗਰਸੀ ਮੁੱਖ ਮੰਤਰੀ ਨੇ, ਉਹਨਾਂ ਦੀ ਮੀਟਿੰਗ ਹੋਈ ਹੈ ਸੋਨੀਆ ਗਾਂਧੀ ਹੋਣਾ ਨਾਲ। ਬਿਲਕੁਲ, ਗੈਰ ਭਾਜਪਾਈ ਜਿਹੜੇ ਮੁੱਖ ਮੰਤਰੀ ਸੀ ਉਹਨਾਂ ਨਾਲ ਅਸੀਂ ਸਾਰੇ ਜਣੇ ਜਾਣਦੇ ਹਾਂ ਕਿ ਜਿਸ ਤਰੀਕੇ ਨਾਲ ਕਾਂਗਰਸ ਦੇ ਪ੍ਰਧਾਨ ਨੂੰ ਲੈ ਕੇ ਪਿਛਲੇ ਦਿਨੀ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ, ਉਹਦੇ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਉੱਭਰ ਕੇ ਸਾਹਮਣੇ ਆਈਆਂ, ਗੁੱਸੇ ਨਾਰਾਜ਼ਗੀਆਂ ਹੋਈਆਂ। 7 ਘੰਟੇ ਬਾਅਦ ਅਖੀਰ ਸੋਨੀਆ ਗਾਂਧੀ ਨੂੰ ਹੀ ਅੰਤਰਿਮ ਪ੍ਰਧਾਨ ਜਿਹੜਾ ਉਹ ਚੁਣ ਲਿਆ ਗਿਆ। ਤੇ ਇਸ ਸਭ ਦੇ ਦਰਮਿਆਨ ਗੁਲਾਮ ਨਬੀ ਆਜ਼ਾਦ ਨਾਲ ਥੋੜੀ ਜੀ ਕਾਟੋ ਕਲੇਸ਼ ਜਿਹੀ ਵਾਲੀ ਸਥਿਤੀ ਬਣੀ ਸੀਗੀ
ਇੱਥੋਂ ਤੱਕ ਕਪਿਲ ਸਿੱਬਲ ਨੇ ਵੀ ਟਵੀਟ ਕੀਤਾ, ਫਿਰ ਵਾਪਸ ਲੈ ਲਿਆ। ਤੇ ਪਹਿਲਾਂ ਤਾਂ ਸੋਨੀਆ ਗਾਂਧੀ ਹੋਰਾਂ ਨੇ ਕਪਿਲ ਸਿੱਬਲ ਤੇ ਗੁਲਾਮ ਨਬੀ ਆਜ਼ਾਦ ਹੋਰਾਂ ਨੂੰ ਥੋੜਾ ਜਿਹਾ ਮਨਾਉਣ ਦੀ ਕੋਸ਼ਿਸ਼ ਕੀਤੀ ਹੈ। ਨਬੀ ਆਜ਼ਾਦ ਹੋਰਾਂ ਨੂੰ ਉਹਨਾਂ ਨੇ ਫੋਨ ਕੀਤਾ, ਆਪ ਹਾਲ ਚਾਲ ਪੁੱਛਿਆ। ਉਸ ਤੋਂ ਬਾਅਦ ਹੁਣ ਸਰਕਾਰ ਦੇ ਖਿਲਾਫ ਮੋਰਚਾ ਖੋਲਣ ਦੇ ਲਈ ਜਿਹੜੇ ਗੈਰ ਭਾਜਪਾਈ ਮੁੱਖ ਮੰਤਰੀ ਹੈ, ਜਿਹਦੇ ਵਿੱਚ ਕਾਂਗਰਸ ਦੇ ਮੁੱਖ ਮੰਤਰੀ ਵੀ ਸ਼ਾਮਲ ਹੈ, ਜਾਂ ਕਾਂਗਰਸ ਦੀ ਜਿਹੜੀ ਯੂਪੀਏ ਸੀਗਾ ਉਹਦੇ ਸਹਿਯੋਗੀ ਮੁੱਖ ਮੰਤਰੀ ਹੈਗੇ ਆ, ਉਹਨਾਂ ਨੂੰ ਜਿਹੜਾ ਉਹ ਫੋਨ ਕਾਲ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਜਿਹੜਾ ਆ ਉਹ ਮੀਟਿੰਗ ਦੇ ਵਿੱਚ ਸ਼ਾਮਲ ਕੀਤਾ ਗਿਆ। ਤੇ 2-3 ਗੰਭੀਰ ਮੁੱਦੇ ਸੀਗੇ। ਇੱਕ ਤਾਂ ਜੇਈਈ ਦੀ ਪ੍ਰੀਖਿਆ ਜਿਹੜੀ ਐਂਟਰੈਂਸ ਟੈਸਟ ਜਿਹੜਾ ਉਹ, ਇੱਕ ਨੀਟ ਦਾ ਐਂਟਰੈਂਸ ਟੈਸਟ, ਉਹ ਇਹਨਾਂ ਚੀਜ਼ਾਂ ਨੂੰ ਲੈ ਕੇ ਜਿਹੜਾ ਉਹ ਸਰਕਾਰ ਬਜ਼ਿੱਦ ਆ ਕਿ ਅਸੀਂ ਇਹ ਟੈਸਟ ਕਰਵਾਉਣਾ ਹੀ ਕਰਵਾਉਣਾ ਹੈ। ਜਦਕਿ ਬਹੁਤ ਸਾਰੇ ਵਿਦਿਆਰਥੀ ਇਹ ਗੱਲ ਦੀ ਮੰਗ ਕਰ ਰਹੇ ਆ ਕਿ ਇਹ ਟੈਸਟ ਨਹੀਂ ਹੋਣਾ ਚਾਹੀਦਾ। ਕਾਰਨ ਕਰੋਨਾ ਵਾਇਰਸ, ਕਾਰਨ ਬਿਹਾਰ ਵਰਗੇ ਸੂਬਿਆਂ ਦੇ ਵਿੱਚ ਹੜ੍ਹ ਵਾਲੀ ਸਥਿਤੀ ਬਣੀ ਹੋਈ ਆ। ਉਹ ਵਿਦਿਆਰਥੀ ਕਹਿੰਦੇ ਕਿ ਅਸੀਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾ ਨਹੀਂ ਸਕਦੇ। ਇੱਕ ਕਾਰਨ ਇਹਦਾ ਇਹ ਹੈ ਕਿ ਬਹੁਤ ਸਾਰੇ ਵਿਦਿਆਰਥੀਆਂ ਦੇ ਜਿਹੜੇ ਸੈਂਟਰ ਆ ਜਿੱਥੇ ਉਹਨਾਂ ਨੇ ਪ੍ਰੀਖਿਆ ਦੇਣੀ ਆ ਉਹ ਉਹਨਾਂ ਤੋਂ ਬਹੁਤ ਜ਼ਿਆਦਾ ਦੂਰ ਹੈ। ਕਿਸੇ ਦਾ 150 ਕਿਲੋਮੀਟਰ, 200 ਕਿਲੋਮੀਟਰ ਇਦਾਂ ਵੀ ਜਿਹੜੇ ਉਹ ਸੈਂਟਰ ਬਣੇ ਹੋਏ ਆ, ਇਹ ਤੋਂ ਵੱਧ ਵੀ ਬਣੇ ਹੋਏ ਆ। ਤੇ ਉਹ ਕਹਿੰਦੇ ਆਵਾਜਾਈ ਦੇ ਸਾਧਨ ਬਹੁਤ ਘੱਟ ਹੈ ਇਸ ਵੇਲੇ ਲੋਕਡਾਊਨ ਦਾ ਕਰਕੇ, ਤੇ ਅਸੀਂ ਉੱਥੋਂ ਤੱਕ ਪਹੁੰਚ ਨਹੀਂ ਕਰ ਸਕਦੇ ਆਪਣੀ, ਇਸ ਕਰਕੇ ਇਹ ਰੱਦ ਕਰ ਦੇਣੀ ਚਾਹੀਦੀ ਆ। ਸਰਕਾਰ ਨੇ ਵੀ ਮਨਾ ਕਰ ਦਿੱਤਾ, ਸੁਪਰੀਮ ਕੋਰਟ ਦੇ ਵਿੱਚ ਵੀ ਕੋਈ ਬਹੁਤੀ ਸੁਣਵਾਈ ਨਹੀਂ ਹੋਈ। ਤੇ ਕੱਲ ਦੀ ਮੀਟਿੰਗ ਦੇ ਵਿੱਚ ਇਹ ਗੱਲ ਰੱਖੀ ਗਈ ਹੈ ਮਮਤਾ ਬੈਨਰਜੀ ਵੱਲੋਂ। ਉਹ ਕਹਿੰਦੇ ਇਸ ਮਾਮਲੇ ਦੇ ਵਿੱਚ ਸਾਨੂੰ ਕਾਨੂੰਨੀ ਲੜਾਈ ਲੜਨੀ ਚਾਹੀਦੀ ਹੈ, ਔਰ ਕਾਨੂੰਨੀ ਲੜਾਈ ਲੜਨ ਦੇ ਲਈ ਅਦਾਲਤ ਦਾ ਰੁਖ ਵੀ ਕਰਨਾ ਚਾਹੀਦਾ, ਤੇ ਨਾਲ ਦੀ ਨਾਲ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਨਾਲ ਵੀ ਮੁਲਾਕਾਤ ਕਰਨੀ ਚਾਹੀਦੀ ਹੈ ਇਸ ਮੁੱਦੇ ਤੇ। ਕੈਪਟਨ ਅਮਰਿੰਦਰ ਸਿੰਘ ਨੇ ਇਸ ਮੀਟਿੰਗ ਦੇ ਵਿੱਚ ਇਸੇ ਗੱਲ ਦੀ ਹਮਾਇਤ ਕੀਤੀ। ਉਹ ਕਹਿੰਦੇ ਪ੍ਰਧਾਨ ਮੰਤਰੀ ਨੂੰ ਮਿਲਣ ਦਾ ਸਮਾਂ ਹੁਣ ਹੈ ਨਹੀਂਗਾ, ਕਿਉਂਕਿ ਦਿਨ ਬਹੁਤ ਥੋੜੇ ਰਹਿ ਗਏ ਆ, ਇਸ ਕਰਕੇ ਸਿੱਧੇ ਅਦਾਲਤੀ ਕਾਰਵਾਈ ਵੱਲ ਸਾਨੂੰ ਜਾਣਾ ਚਾਹੀਦਾ। ਔਰ ਆਪਣੇ ਐਡਵੋਕੇਟ ਜਨਰਲ ਨੂੰ ਇਹ ਹਦਾਇਤਾਂ ਵੀ ਦੇ ਦਿੱਤੀਆਂ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿ ਭਾਈ ਛੇਤੀ ਕਾਨੂੰਨੀ ਨੁਕਤਿਆਂ ਤੇ ਵਿਚਾਰ ਕਰੋ ਤੇ ਇਦਾਂ ਦਾ ਖਰੜਾ ਤਿਆਰ ਕਰੋ ਕਿ ਅਸੀਂ ਅਦਾਲਤ ਦੇ ਵਿੱਚ ਰਿਵਿਊ ਪਟੀਸ਼ਨ ਜਿਹੜੀ ਆ ਉਹ ਪਾਈਏ ਤੇ ਇਸ ਮਾਮਲੇ ਦੇ ਵਿੱਚ ਵਿਦਿਆਰਥੀਆਂ ਦੇ ਨਾਲ ਖੜੇ ਨਜ਼ਰ ਆਈਏ। ਸੋ ਕੁੱਲ ਮਿਲਾ ਕੇ ਜਿਹੜਾ ਆ ਉਹ ਕਰੋ ਜਾਂ ਮਰੋ ਵਾਲੀ ਸਥਿਤੀ ਜਿਹੜੀ ਆ ਉਹ ਸਾਹਮਣੇ ਨਜ਼ਰ ਆ ਰਹੀ ਹੈ। ਸੋਨੀਆ ਗਾਂਧੀ ਹੋਰਾਂ ਨੇ ਮੋਰਚਾ ਖੋਲ ਦਿੱਤਾ ਆ, ਜਦਕਿ ਦੂਜੇ ਪਾਸੇ ਸਰਕਾਰ ਬਜੇਦਿਆ, ਸਰਕਾਰ ਦੇ ਇਹ ਦਾਅਵੇ ਆ ਕਿ 6 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਜਿਹੜੇ ਐਡਮਿਟ ਕਾਰਡ ਆ ਉਹ ਡਾਊਨਲੋਡ ਕਰ ਲਿਆ, ਇਸ ਕਰਕੇ ਵਿਦਿਆਰਥੀ ਪ੍ਰੀਖਿਆ ਦੇਣਾ ਚਾਹੁੰਦੇ ਆ। ਜਦਕਿ ਐਡਮਿਟ ਕਾਰਡ ਡਾਊਨਲੋਡ ਕਰਨ ਵਾਲਿਆਂ ਦੇ ਵਿੱਚ ਵੀ ਬਹੁਤ ਸਾਰੇ ਵਿਦਿਆਰਥੀ ਇਦਾਂ ਦੇ ਹੋਣਗੇ ਜਿਨ੍ਹਾਂ ਨੂੰ ਇਸ ਗੱਲ ਦਾ ਖਤਰਾ ਤਾਂ ਜ਼ਰੂਰ ਹੋਏਗਾ ਕਿ ਭਾਈ ਅਸੀਂ ਜਿਹੜਾ ਆ ਉਹ ਕਿਤੇ ਪ੍ਰੀਖਿਆ ਤੋਂ ਬਿਨਾਂ ਰਹਿ ਜਾਈਏ, ਤੇ ਨਾਲ ਦੀ ਨਾਲ ਕਰੋਨਾ ਵਾਇਰਸ ਦਾ ਖਤਰਾ ਵੀ ਹੋਏਗਾ। ਗੱਲ ਬਹੁਤ ਵੱਡੀ ਹੈ, ਮਸਲਾ ਇੱਕ ਛੋਟਾ ਜਿਹਾ ਨਹੀਂ ਹੈ, ਪ੍ਰੀਖਿਆ ਦਾ ਨਹੀਂ ਹੈ, ਸਿਰਫ ਇੱਕ ਕਾਰ ਦੀ ਜ਼ਿੱਦ ਹੋ ਗਈ ਹੈ ਕਿ ਜੇ ਹੁਣ ਵਿਰੋਧੀ ਧਿਰਾਂ ਨੇ ਕਹਿਤਾ ਕਿ ਇਹ ਪ੍ਰੀਖਿਆ ਰੱਦ ਹੋਣੀ ਚਾਹੀਦੀ ਹੈ ਤੇ ਸਰਕਾਰ ਕਹਿੰਦੀ ਜੇ ਅਸੀਂ ਮੰਨ ਲਿਆ ਤੇ ਫਿਰ ਵਿਰੋਧੀਆਂ ਦੀ ਚੜ੍ਹਤ ਹੋ ਜਾਣੀ ਆ। ਪਰ ਅਸਲ ਦੇ ਵਿੱਚ ਮਸਲਾ ਇਹ ਹੈ ਭਾਈ, ਮੰਨ ਕੇ ਚੱਲਦੇ ਆ ਕਿ ਤਕਰੀਬਨ 15 ਤੋਂ ਲੱਖ ਦੇ ਕਰੀਬ ਜਿਹੜੇ ਵਿਦਿਆਰਥੀ ਆ ਉਹ ਇਹ ਪ੍ਰੀਖਿਆ ਦੇਣਗੇ। ਜੇਈਈ ਤੇ NEET ਇਹਦੀ ਪ੍ਰੀਖਿਆ ਦੇਣਗੇ। ਹੁਣ 15 ਤੋਂ 20 ਲੱਖ ਉਹ ਹੋਣਗੇ, ਤੇ 15 ਤੋਂ 20 ਲੱਖ ਆਪਾਂ ਮੰਨ ਕੇ ਚੱਲੀਏ ਜਾਂ ਇਕੱਲੇ 15 ਲੱਖ ਹੀ ਮੰਨ ਲਈਏ ਕਿ ਇਹਨਾਂ ਦੇ ਜਿਹੜੇ ਨਾਲ ਦੇ ਕੁਝ ਨਾ ਕੁਝ ਪਰਿਵਾਰਕ ਮੈਂਬਰ ਹੋਣਗੇ। 12ਵੀਂ ਤੋਂ ਬਾਅਦ ਇਹ ਪ੍ਰੀਖਿਆ ਦਿੱਤੀ ਜਾਂਦੀ ਹੈ, ਤੇ 12ਵੀਂ ਕਰਨ ਵਾਲਾ ਵਿਦਿਆਰਥੀ ਕਈ ਵਾਰੀ ਉਹਨਾਂ ਨਹੀਂ ਮੰਨਦੇ ਮਾਂ-ਬਾਪ ਕਿ ਸਿਆਣਾ ਹੈਗਾ ਕਿ ਇਕੱਲਾ ਜਾ ਕੇ ਸਾਰਾ ਕੰਮ ਕਰ ਆਏਗਾ। ਹੁਣ ਉਹ ਵੀ ਲੋਕ ਬਾਹਰ ਨਿਕਲਣਗੇ ਤੇ ਉਹਨਾਂ ਪ੍ਰਸਥਿਤੀਆਂ ਦੇ ਵਿੱਚ ਉਹਨਾਂ ਪ੍ਰੀਖਿਆ ਕੇਂਦਰਾਂ ਦੇ ਵਿੱਚ ਕਿੰਨਾ ਕੁ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਿਆ ਜਾਏਗਾ, ਮਾਸਕ ਜਾਂ ਜਿਹੜੇ ਤੈਅ ਮਾਪਦੰਡ ਨੇ ਕਰੋਨਾ ਦੇ ਫੈਲਾਅ ਤੋਂ ਬਚਣ ਦੇ ਲਈ, ਜਿਨ੍ਹਾਂ ਦੇ ਵਿੱਚੋਂ ਇੱਕ ਵੀ ਵਿਦਿਆਰਥੀ ਜਿਹੜਾ ਹੈ ਜੇ ਪੋਜ਼ਿਟਿਵ ਹੋਇਆ ਇੱਕ ਪ੍ਰੀਖਿਆ ਕੇਂਦਰ ਦੇ ਵਿੱਚ ਤਾਂ ਕਿੰਨਿਆਂ ਨੂੰ ਉਹ ਇਨਫੈਕਟਡ ਕਰ ਸਕਦਾ ਹੈ। ਉਹ ਪ੍ਰਸਥਿਤੀਆਂ ਜਿਹੜੀਆਂ ਮੈਨੂੰ ਲੱਗਦਾ ਕਿ ਸਮਝਣ ਨੂੰ ਤਿਆਰ ਨਹੀਂ ਹਨ। ਇੱਥੇ ਤਾਂ ਇਹ ਹਾਲ ਹੈ ਕਿ ਅਮਿਤ ਸ਼ਾਹ ਹੋਰੀ ਜਿਹੜੇ ਇੰਨੀ ਦੂਰੀ ਬਣਾ ਕੇ ਰੱਖਦੇ ਸੀ, ਜਿਨ੍ਹਾਂ ਤੱਕ ਪਹੁੰਚਣਾ ਜਿਹੜਾ ਸੀਗਾ ਉਹ ਬੜਾ ਔਖਾ ਕੰਮ ਸੀਗਾ, ਤੇ ਜਿਹੜਾ ਜਾਂਦਾ ਹੋਣਾ ਤੇ ਮੈਨੂੰ ਲੱਗਦਾ ਕਿ ਪੱਕੇ ਤੌਰ ਤੇ ਟੈਸਟ ਕਰਵਾ ਕੇ ਜਾਂਦਾ ਹੋਏਗਾ। ਅੱਜ ਜਿੱਦਾਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਨੂੰ ਰੱਖੜੀ ਬੰਨਣ ਜਾਣਾ ਸੀਗਾ ਟਿਕਟੌਕ ਸਟਾਰ ਨੂਰ ਨੇ, ਤੇ ਉਹਦੇ ਪਿਤਾ ਸ਼੍ਰੀ ਦਾ ਤੇ ਉਹਦਾ ਟੈਸਟ ਹੋਇਆ ਸੀਗਾ, ਪਹਿਲਾਂ ਕਿਹਾ ਗਿਆ ਸੀ ਟੈਸਟ ਦੀ ਪੋਜ਼ਿਟਿਵ ਰਿਪੋਰਟ ਆਈ ਤਾਂ ਤੁਸੀਂ ਨਹੀਂ ਜਾ ਸਕੋਗੇ, ਨੈਗੇਟਿਵ ਆਊਗੀ। ਤੇ ਅਮਿਤ ਸ਼ਾਹ ਹੋਰਾਂ ਤੱਕ ਪਹੁੰਚਣ ਲਈ ਵੀ ਤਾਂ ਕੁਝ ਏਦਾਂ ਦੀ ਪ੍ਰਕਿਰਿਆ ਅਪਣਾਈ ਗਈ ਹੋਏਗੀ। ਤੇ ਜੇ ਉਹ ਪੋਜ਼ਿਟਿਵ ਆ ਸਕਦੇ ਆ ਤੇ ਫਿਰ ਉਹਨਾਂ ਪ੍ਰਸਥਿਤੀਆਂ ਦੇ ਵਿੱਚ ਅਸੀਂ ਇਹਨਾਂ ਵਿਦਿਆਰਥੀਆਂ ਦੀ ਗਰੰਟੀ ਕਿਵੇਂ ਲੈ ਸਕਦੇ ਹਾਂ? ਸਰਕਾਰ ਕਿਵੇਂ ਗਰੰਟੀ ਲਏਗੀ ਕਿ ਇਦਾਂ ਦਾ ਕੁਝ ਨਹੀਂ ਹੋਏਗਾ? ਸੋ ਉਹ ਗੰਭੀਰਤਾ ਨੂੰ ਸਰਕਾਰ ਸਮਝਣ ਲਈ ਤਿਆਰ ਨਹੀਂ ਆ, ਤੇ ਮੈਨੂੰ ਲੱਗਦਾ ਕਿ ਵਿਰੋਧੀ ਜਿਹੜੇ ਕਮਰ ਕੱਸੇ ਕਰੀ ਬੈਠੇ ਆ, ਕੈਪਟਨ ਅਮਰਿੰਦਰ ਸਿੰਘ ਕਮਰ ਕੱਸੇ ਕਰੀ ਬੈਠਾ ਆ ਕਿ ਹੁਣ ਲੜਾਈ ਲੜਨੀ ਆ। ਇਹਦੇ ਨਾਲ ਇੱਕ ਚੀਜ਼ ਇਹ ਵੀ ਹੋ ਜਾਣੀ ਆ, ਕੈਪਟਨ ਸਾਹਿਬ ਸੋਨੀਆ ਗਾਂਧੀ ਹੋਰਾਂ ਦੀ ਮੀਟਿੰਗ ਦੇ ਵਿੱਚ ਸ਼ਾਮਲ ਸੀ ਤੇ ਜਿੱਦਾਂ ਦਾ ਦਾਅਵਾ ਉਹਨਾਂ ਨੇ ਠੋਕਿਆ ਆ ਉਹਦੇ ਨਾਲ
ਥੋੜਾ ਜਿਹਾ ਕੱਦ ਵੀ ਉਹਨਾਂ ਦਾ ਸੋਨੀਆ ਗਾਂਧੀ ਹੋਰਾਂ ਦੇ ਅੱਗੇ ਹੋਰ ਵੱਡਾ ਹੋਏਗਾ, ਉਹਨਾਂ ਦੇ ਜੀ। ਨੇੜੇ ਹੁੰਦੇ ਨਜ਼ਰ ਆਉਣਗੇ ਤੇ 2022 ਦੀ ਵੀ ਇਹਨੂੰ ਤਿਆਰੀ ਮੰਨਿਆ ਜਾ ਸਕਦਾ। ਸੋ ਕੁੱਲ ਮਿਲਾ ਕੇ ਕੱਲ ਦੀ ਮੀਟਿੰਗ ਦੇ ਵਿੱਚ GST ਦਾ ਮੁੱਦਾ ਵੀ ਰਿਹਾ, ਕਿਉਂਕਿ 4400 ਕਰੋੜ ਬਕਾਇਆ ਫਿਰ ਕੇਂਦਰ ਵੱਲ ਖੜਾ ਆ ਪੰਜਾਬ ਦਾ GST ਦਾ। ਜੀ। ਤੇ ਇਕੱਲਾ ਪੰਜਾਬ ਨਹੀਂ ਆ, ਜਿਹੜੇ ਗੈਰ ਭਾਜਪਾ ਸ਼ਾਸਿਤ ਸੂਬੇ ਆ ਉਹਨਾਂ ਸਾਰਿਆਂ ਦਾ ਹੀ ਇਹ ਹਾਲ ਹੈ ਕਿ ਉਹਨਾਂ ਦੇ GST ਦੀ ਬਕਾਇਆ ਰਾਸ਼ੀ ਉਹਨਾਂ ਤੱਕ ਨਹੀਂ ਪਹੁੰਚੀ, ਉਹਦੀ ਮੰਗ ਜਿਹੜੀ ਆ ਉਹ ਕੀਤੀ ਜਾ ਰਹੀ ਹੈ। ਸੋ ਵਿਰੋਧੀ ਧਿਰਾਂ ਜੀ। ਹੁਣ ਕਿੰਨਾ ਕੁ ਕਾਮਯਾਬ ਹੋ ਪਾਉਂਦੀਆਂ ਨੇ ਸਰਕਾਰ ਨੂੰ ਘੇਰਨ ਦੇ ਵਿੱਚ, ਇਹ ਫਿਲਹਾਲ ਦੇਖਦੇ ਆ। ਜੀ ਬਿਲਕੁਲ, ਇਹ ਤਾਂ ਆਉਣ ਤੇ ਪਤਾ ਲੱਗੇਗਾ। ਪਰ ਜਿਹੜੀ ਤੁਸੀਂ ਮੁੱਦੇ ਚੁੱਕੇ ਨੇ, ਜਿਹੜੇ ਸਵਾਲ ਚੁੱਕੇ ਨੇ, ਵਾਕਈ ਬਹੁਤ ਵਾਜਬ ਨੇ ਕਿ ਜੇਕਰ ਇੱਕ ਵੀ ਵਿਦਿਆਰਥੀ ਕਿਸੇ ਸੈਂਟਰ ਦੇ ਵਿੱਚ ਕਰੋਨਾ ਪੋਜ਼ਿਟਿਵ ਆਉਂਦਾ ਤਾਂ ਕਿੰਨਿਆਂ ਨੂੰ ਪ੍ਰਭਾਵ ਪਵੇਗਾ। ਔਰ ਵੱਡੀ ਗੱਲ ਇਹ ਵੀ ਹੈ ਕਿ ਜਿੰਨੇ ਵੀ ਇਹਨਾਂ ਦੇ ਐਗਜ਼ਾਮ ਦੇਣ ਆਉਣਗੇ ਵਾਪਸ ਆਪਣੇ ਘਰਾਂ 'ਚ ਵੀ ਜਾਣਗੇ। ਸੋ ਵਾਪਸ ਜਾਂਦੇ ਹੋਏ ਕਿੰਨੇ ਕੁ ਸੁਰੱਖਿਆ ਜਾ ਸਕਦੇ, ਇਹ ਵੀ ਬਹੁਤ ਵੱਡਾ ਸਵਾਲ ਹੈ। ਖੈਰ ਜਸਵੀਰ ਜੀ, ਬਹੁਤ ਬਹੁਤ ਧੰਨਵਾਦ। ਮੇਰਾ ਸਵਾਗਤ ਅੱਜ ਤੁਸੀਂ ਕੀਤਾ ਸੀ, ਪਰ ਵਿਦਾ ਤੁਹਾਡੇ ਤੋਂ ਮੈਂ ਲੈਂਦਾ ਹੈ ਜੀ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਅੱਜ ਸਵਾਗਤ ਦੇ ਲਈ। ਸ਼ੁਕਰੀਆ ਮਨਦੀਪ ਜੀ। ਜੀ, ਸੋ ਇਹ ਸਨ ਹਰ ਜੀ ਤਰ੍ਹਾਂ ਮੇਰੇ ਨਾਲ ਜੁੜੇ ਜਸਵੀਰ, ਮੇਰੇ ਸਹਿਯੋਗੀ, ਜਿਨ੍ਹਾਂ ਨੇ ਕਿ ਬਹੁਤ ਜਿਹੜੇ ਆ ਤੱਥਾਂ ਦੇ ਆਧਾਰਿਤ ਖਬਰਾਂ ਦੀ ਪੜਤਾਲ ਕੀਤੀ ਆ, ਆਪਣਾ ਤਸਵਰਾ ਦਿੱਤਾ ਆ ਤੇ ਬਹੁਤ ਬਹੁਤ ਹੀ ਚੰਗੇ ਤਰੀਕੇ ਨਾਲ ਇਹ ਦੱਸਿਆ ਗਿਆ ਕਿ ਆਖਰਕਾਰ ਜੇਕਰ ਇਹ ਐਗਜ਼ਾਮ ਹੁੰਦੇ ਨੇ ਜੋ ਅਖੀਰ ਵਿੱਚ ਅਸੀਂ ਖਬਰ ਤੇ ਚਰਚਾ ਕੀਤੀ ਹੈ ਤਾਂ ਕਿੰਨਾ ਜ਼ਿਆਦਾ ਪ੍ਰਭਾਵ ਇਹਦਾ ਵਿਦਿਆਰਥੀਆਂ ਤੇ ਉਹਨਾਂ ਮਾਪਿਆਂ ਦੇ ਤੇ ਹੋਰ ਬਹੁਤ ਸਾਰੇ ਲੋਕਾਂ ਤੇ ਪੈ ਸਕਦਾ ਜੇ ਸਰਕਾਰ ਨੇ ਇਹਨਾਂ ਹਾਲਾਤਾਂ ਨੂੰ ਸਹੀ ਤਰੀਕੇ ਨਾਲ ਨਾ ਜਿੱਠਿਆ। ਖੈਰ ਇਹ ਸੀ ਅੱਜ ਦੀਆਂ ਉਹ ਖਾਸ ਖਬਰਾਂ ਜਿਨ੍ਹਾਂ ਤੇ ਅਸੀਂ ਚਰਚਾ ਕੀਤੀ। ਕੱਲ ਨੂੰ ਇਸੇ ਤਰ੍ਹਾਂ ਫਿਰ ਅਸੀਂ ਜੁੜ ਬੈਠਾਂਗੇ ਤਾਂ ਫਿਰ ਕਰਾਂਗੇ ਖਾਸ ਖਬਰਾਂ ਤੇ ਚਰਚਾ। ਤਦ ਤੱਕ ਤੁਸੀਂ ਦਿਓ ਇਜਾਜ਼ਤ ਤੇ ਦੇਖਦੇ ਰਹੋ TV ਪੰਜਾਬ।